पंजाबी मां बोली ਨੂੰ ਸਮਰਪਿਤ ਤੁਹਾਡਾ ਆਪਣੇ ਸਿਟੀ ਲਾਈਵ ਚੈਨਲ ਦੇ ਜਰੀਏ ਅੱਜ ਤੁਹਾਨੂੰ ਲੈ ਕੇ ਪਹੁੰਚੇ ਹੋਏ ਹਾਂ ਹਲਕਾ ਗਿੱਲ ਦੇ ਪਿੰਡ ਗਿੱਲ ਦੇ ਮੌਜੂਦਾ ਸਰਪੰਚ ਸਰਦਾਰ ਹਰਪ੍ਰੀਤ ਸਿੰਘ ਮਿੱਕਾ ਜੀ ਦੇ ਕੋਲ। ਆਓ ਆਪਾਂ ਗੱਲਬਾਤ ਕਰੀਏ ਸਰਦਾਰ ਹਰਪ੍ਰੀਤ ਸਿੰਘ ਮਿੱਕਾ ਜੀ ਦੇ ਨਾਲ। ਉਹਨਾਂ ਦੇ ਪਿੰਡ ਗਿੱਲ ਦੇ ਵਿੱਚ ਉਹਨਾਂ ਦੇ ਕਾਰਜਕਾਲ ਦੇ ਸਮੇਂ ਦੇ ਵਿੱਚ ਜੋ ਵਿਕਾਸ ਕੰਮ ਹੋਏ ਨੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਸਭ ਤੋਂ ਪਹਿਲਾਂ ਤਾਂ ਆਪਾਂ ਮਿੱਕਾ ਜੀ ਫਤਿਹ ਦੀ ਸਾਂਝ ਬੁਲਾ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਮਿੱਕਾ ਜੀ ਤੁਹਾਡੇ ਨਾਲ ਤੁਹਾਡੇ ਪਿੰਡ ਦੇ ਸੰਬੰਧ ਵਿੱਚ ਗੱਲਬਾਤ ਕਰੀਏ ਉਸ ਤੋਂ ਪਹਿਲਾਂ ਜਿਹੜਾ ਚਾਨਣਾ ਪਾਓ ਕਿ ਤੁਹਾਡੇ ਪਿੰਡ ਦੀਆਂ ਕੁੱਲ ਵੋਟਾਂ ਕਿੰਨੀਆਂ ਨੇ ਤੇ ਜਦੋਂ ਤੁਸੀਂ ਸਰਪੰਚੀ ਦੀਆਂ ਚੋਣਾਂ ਲੜੀਆਂ ਸੀ ਕਿੰਨੀਆਂ ਵੋਟਾਂ ਤੋਂ ਲੀਡ ਕੀਤੀ? ਮੇਰੇ ਪਿੰਡ ਦੇ ਵਿੱਚ ਜਿਹੜੀ ਆਬਾਦੀ ਆ ਕੋਈ 25000 ਦੇ ਕਰੀਬ ਆ ਤੇ ਜਿਹੜੀ ਵੋਟ ਆ ਉਹ 4840 ਵੋਟਾਂ ਸੀਗੀਆਂ ਜਦੋਂ ਮੈਂ ਸਰਪੰਚੀ ਲੜੀ ਸੀਗੀ। ਹੁਣ ਕੋਈ 5000 ਦੇ ਕਰੀਬ ਵੋਟ ਹੋ ਚੁੱਕੀ ਹੈ ਤੇ ਮੈਂ 1730 ਵੋਟਾਂ ਮੈਨੂੰ ਪਈਆਂ ਸੀਗੀਆਂ ਜੀ ਤੇ ਪਿੰਡ ਨੇ ਮੇਰਾ ਬਹੁਤ ਵੱਡਾ ਸਾਥ ਦਿੱਤਾ ਤੇ ਮੈਂ 404 ਵੋਟਾਂ ਦੇ ਨਾਲ ਜੇਤੂ ਕਰਾਰ ਹੋਇਆ ਸੀ ਤੇ ਮੈਨੂੰ ਅੱਜ 3.5 ਸਾਲ ਪਿੰਡ ਦੀ ਸਰਪੰਚੀ ਕਰਦੇ ਨੂੰ ਹੋ ਗਏ ਤੇ ਬਿਨਾਂ ਅਸੀਂ ਕਿਸੇ ਲੜਾਈ ਝਗੜੇ ਦੇ ਬਿਨਾਂ ਕਿਸੇ ਪੱਖਪਾਤ ਦੇ ਲੋਕਾਂ ਦੀ ਸੇਵਾ ਜਿਹੜੀ ਲੋਕਾਂ ਨੇ ਜਿਹਦੇ ਕਰਕੇ ਸਾਨੂੰ ਚੁਣਿਆ ਸੀ ਜਿਹੜਾ ਕੁਝ ਸੋਚ ਲੋਕਾਂ ਦੀ ਸੋਚ ਤੇ ਅਸੀਂ ਖਰੇ ਉਤਰਨ ਦੀ ਕੋਸ਼ਿਸ਼ ਕਰਦੇ ਹਾਂ। ਸਮੇਂ-ਸਮੇਂ ਤੇ ਜੋ ਉਹਨਾਂ ਦੀਆਂ ਮੰਗਾਂ ਹੁੰਦੀਆਂ ਨੇ ਉਹ ਪੂਰੀਆਂ ਕਰਦੇ ਰਹਿੰਦੇ ਆ। ਕੁਝ ਰਹਿ ਵੀ ਜਾਂਦਾ ਕੰਮ ਪਰ ਅਸੀਂ ਆਪਣੇ ਵੱਲੋਂ ਤਨਦੇਹੀ ਨਾਲ ਲੱਗੇ ਹੋਏ ਹਾਂ। ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਜਾਂਦੀਆਂ ਨੇ ਸਾਨੂੰ ਉਹਨਾਂ ਦਾ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਪਰ ਅਸੀਂ ਆਪਣੇ ਤਰੀਕੇ ਸਹੀ ਚੱਲ ਰਹੇ ਹਾਂ। ਗੱਲ ਕਰੀਏ ਆਪਾਂ ਤੁਹਾਡੇ ਪਿੰਡ ਦੀ ਤੇ ਚਾਨਣਾ ਪਾਓ ਕਿ ਪਿੰਡ ਦੀ ਪੰਚਾਇਤ ਨੂੰ ਪੰਚਾਇਤੀ ਜ਼ਮੀਨ ਕਿੰਨੀ ਲੱਗਦੀ ਹੈ ਜਿਸ ਤੋਂ ਪਿੰਡ ਨੂੰ ਆਮਦਨ ਹੋਵੇ? ਦੇਖੋ ਸਾਡੇ ਪਿੰਡ ਇਹੀ ਹਰੇਕ ਦੇ ਦਿਮਾਗ 'ਚ ਆਉਂਦੀ ਹੈ ਗੱਲ ਕਿ ਗਿੱਲ ਪਿੰਡ ਬਹੁਤ ਵੱਡਾ ਇਹਨਾਂ ਕੋਲੇ ਪੰਚਾਇਤੀ ਜ਼ਮੀਨ ਬਹੁਤ ਵੱਡੀ ਹੋਊਗੀ। ਸਾਡੇ ਪਿੰਡ ਦੇ ਕੋਲੇ ਪੰਚਾਇਤ ਦੀ ਆਪਣੀ ਕੋਈ ਪਰਸਨਲ ਜ਼ਮੀਨ ਨਹੀਂ ਹੈਗੀ। ਇੱਕ ਥੋੜ੍ਹੀ ਜਿਹੀ ਜਗ੍ਹਾ ਵਾ ਪਿੰਡ ਦੇ ਸਟਾਰਟਿੰਗ ਦੇ ਕੋਲੇ 3 ਵਿਗੇ ਜ਼ਮੀਨ ਆ ਉਹਦੇ ਵਿੱਚ ਸਬਜ਼ੀ ਮੰਡੀ ਲੱਗਦੀ ਆ ਤੇ ਉਸ ਤੋਂ ਪਹਿਲਾਂ ਇੱਕ ਪੈਟਰੋਲ ਪੰਪ ਸੀਗਾ ਉਹ ਲੀਜ਼ ਤੇ ਦਿੱਤਾ ਹੋਇਆ ਮੇਰੇ ਤੋਂ ਪਹਿਲਾਂ ਵਾਲੇ ਸਰਪੰਚ ਸਾਹਿਬਾਨ ਨੇ। ਉਹ 16,000 ਰੁਪਏ ਸਾਨੂੰ ਉਹਦੀ ਆਮਦਨ ਆਉਂਦੀ ਆ ਮਹੀਨੇ ਦੀ ਤੇ ਬਾਕੀ ਸਾਡੇ ਕੋਲੇ ਕੋਈ ਪ੍ਰਾਪਰਟੀ ਇਹੋ ਜਿਹੀ ਹੈ ਨਹੀਂ ਗੀ ਜਿੱਥੋਂ ਸਾਨੂੰ ਆਮਦਨ ਆ ਸਕੇ ਤੇ ਕੋਈ ਖੇਤੀਬਾੜੀ ਵਾਲੀ ਸਾਡੇ ਪਿੰਡ ਦੀ ਪੰਚਾਇਤ ਕੋਲੇ ਜ਼ਮੀਨ ਹੈ ਨਹੀਂ। ਹਾਂ ਸਾਡੇ ਇੱਕ ਲੋਕਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਆ ਪਿੰਡ ਦੇ ਵਿੱਚ ਉਹਨਾਂ ਦੇ ਕੋਲੇ ਸ਼ਿਮਲਾਪੁਰੀ ਦੇ ਵਿੱਚ 17 ਏਕੜ ਜ਼ਮੀਨ ਔਰ ਇੱਥੇ ਸਾਡੇ ਗਿੱਲ ਪਿੰਡ ਦੇ ਵਿੱਚ 13 ਏਕੜ ਜ਼ਮੀਨ ਤੇ ਇੱਕ ਸਾਡੇ ਗਰਾਊਂਡ ਆ ਗਿੱਲਾਂ ਉਹ 3 ਪ੍ਰਾਪਰਟੀਆਂ ਉਹਨਾਂ ਦੇ ਅੰਡਰ ਆਉਂਦੀਆਂ ਨੇ ਉਹ ਮੇਰੇ ਪੰਚਾਇਤ ਦੇ ਅੰਡਰ ਨਹੀਂ ਆਉਂਦੀਆਂ। ਜੇਕਰ ਆਪਾਂ ਗੱਲ ਕਰੀਏ ਤੁਹਾਡੀ ਸਾਬਕਾ ਪੰਚਾਇਤ ਦੀ ਤਾਂ ਤੁਹਾਨੂੰ ਜਾਣਕਾਰੀ ਹੈ ਕਿ ਤੁਹਾਡੀ ਸਾਬਕਾ ਪੰਚਾਇਤ ਨੂੰ ਆਪਣੇ ਕਾਰਜਕਾਲ ਦੇ ਸਮੇਂ 5 ਸਾਲ ਦੇ ਵਿੱਚ ਸਰਕਾਰ ਵੱਲੋਂ ਕਿੰਨੀ ਗ੍ਰਾਂਟ ਆਈ ਸੀ? ਦੇਖੋ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਗ੍ਰਾਂਟ ਤਾਂ ਉਹਨਾਂ ਨੂੰ ਕਾਫੀ ਆਈ ਪਰ ਉਸ ਟਾਈਮ ਸਾਡੇ ਪਿੰਡ ਕੋਲੇ ਆਪਣੇ ਕੋਲੇ ਪੈਸਾ ਬਹੁਤ ਸੀ। ਮੇਰੇ ਤੋਂ ਪਹਿਲਾਂ ਵਾਲੇ ਜਿਹੜੇ ਸਰਪੰਚ ਬਲਜੀਤ ਸਿੰਘ ਸੀਗੇ ਉਹਨਾਂ ਨੂੰ ਜਦੋਂ ਚਾਰਜ ਮਿਲਿਆ ਤਾਂ ਉਹਨਾਂ ਤੋਂ ਪਹਿਲਾਂ ਵਾਲੇ ਸਰਪੰਚ ਅਵਤਾਰ ਸਿੰਘ ਜੀ ਨੇ 1,55,00,000 ਰੁਪਇਆ ਅਕਾਊਂਟ ਦੇ ਵਿੱਚ ਦਿੱਤਾ ਸੀ ਉਹਨਾਂ ਨੂੰ ਕਿਉਂਕਿ ਸਾਡੇ ਪਿੰਡ ਵਿੱਚੋਂ 2 ਬਾਈਪਾਸ ਨਿਕਲੇ। ਇੱਕ ਲੋਹਾਰੇ ਵਾਲੇ ਪੁਲ ਤੋਂ ਲੈ ਕੇ ਗ੍ਰੈਂਡ ਵਾਕ ਤੱਕ ਦੂਸਰਾ ਮਰੇਲਕੋਟਲਾ ਰੋਡ ਜਿਹੜਾ ਇਹ ਸਾਡੇ ਪਿੰਡ ਬਾਰ-ਬਾਰ ਬਾਈਪਾਸ ਨਿਕਲੇ ਤੇ ਸਾਡੇ ਪੰਚਾਇਤ ਦੀ ਕਾਫੀ ਜ਼ਮੀਨ ਇਹਦੇ ਵਿੱਚ ਆ ਗਈ ਸੀਗੀ ਟੋਭਾ ਛੱਪੜ ਵਗੈਰਾ ਦੀ ਉਹਦੇ ਪੈਸੇ ਸੀਗੇ ਜਿਹੜੇ ਉਹ ਪਹਿਲੇ ਸਰਪੰਚ ਸਾਹਿਬ ਕੋਲੇ ਉਹਨਾਂ ਨੇ ਲਗਾਏ ਨਹੀਂ ਸੀ ਪਿੰਡ ਵਿੱਚ ਇੰਨੇ ਤੇ ਉਹਨਾਂ ਕੋਲੇ ਬੈਲੈਂਸ ਪਿਆ ਸੀਗਾ ਤੇ ਕੋਈ 3.5 ਕਰੋੜ 4 ਕਰੋੜ ਰੁਪਇਆ ਬਲਜੀਤ ਸਿੰਘ ਨੂੰ ਉਹਨਾਂ ਟੋਭਿਆਂ ਦਾ ਆਇਆ ਤੇ ਉਹਨਾਂ ਨੇ ਉਸ ਪੈਸੇ ਨਾਲ ਪਿੰਡ ਦੇ ਵਿੱਚ ਵਿਕਾਸ ਕਰਵਾਏ। ਉਸ ਟਾਈਮ ਸੀਵਰੇਜ ਸਾਡੇ ਪਿੰਡ ਦੇ ਵਿੱਚ ਉਹਨਾਂ ਦੇ ਹੁੰਦੇ ਪਿਆ ਵਾ ਕਾਫੀ ਜਗ੍ਹਾ ਰਹਿ ਗਈ ਸੀ ਚਲੋ ਹੁਣ ਮੈਂ ਪਾਇਆ ਵਾ ਪਰ ਉਸ ਟਾਈਮ ਉਹਨਾਂ ਦੇ ਪਿੰਡ ਦਾ ਜਿਹੜਾ ਇੰਟਰਨਲ ਇੱਕ ਪਾਸਾ ਸਾਡੇ ਪਿੰਡ ਦੀ ਪੁਰਾਣੀ ਸੜਕ ਤੋਂ ਪਰਲਾ ਪਾਸਾ ਜ਼ਿਮੀਂਦਾਰਾ ਪਾਸਾ ਜਿਹਨੂੰ ਕਹਿ ਸਕਦੇ ਹਾਂ ਆਪਾਂ ਉਧਰ ਹੀ ਉਹਨਾਂ ਨੇ ਆਪਦਾ ਸਾਰਾ ਕੰਮ ਕੀਤਾ ਤੇ ਹੋਰ ਕਿਸੇ ਪਾਸੇ ਧਿਆਨ ਨਹੀਂ ਦਿੱਤਾ। ਤਕਰੀਬਨ 6-7 ਕਰੋੜ ਰੁਪਏ ਉਹਨਾਂ ਦੀ ਟਰਮ ਦੇ ਵਿੱਚ ਲੱਗਿਆ ਵਾ ਜਿਹਦਾ ਨਹੀਂ ਆਪਾਂ ਤੁਹਾਡੇ ਨਾਲ ਸਾਬਕਾ ਪੰਚਾਇਤ ਨੇ ਕੀ ਕੰਮ ਕਰੇ ਉਸ ਦੇ ਰਿਗਾਰਡਿੰਗ ਨਹੀਂ ਗੱਲ ਕਰ ਰਹੇ। ਤੁਸੀਂ ਦੱਸਿਆ ਕਿ ਸਾਬਕਾ ਪੰਚਾਇਤ ਦੇ ਕੋਲ ਉਹਨਾਂ ਤੋਂ ਪਿਛਲੀ ਜਿਹੜੀ ਪੰਚਾਇਤ ਸੀਗੀ ਉਹਨਾਂ ਨੇ ਗ੍ਰਾਂਟ ਛੱਡੀ ਹੋਈ ਸੀ ਤੇ ਜੇਕਰ ਗੱਲ ਕਰੀਏ ਤੁਹਾਡੀ ਜਦੋਂ ਤੁਹਾਡੀ ਪੰਚਾਇਤ ਨੇ ਕਾਰਜਭਾਰ ਸੰਭਿਆ ਤਾਂ ਸਾਬਕਾ ਸਰਪੰਚ ਸਰਦਾਰ ਦਲਜੀਤ ਸਿੰਘ ਜੀ ਨੇ ਤੁਹਾਡੀ ਪੰਚਾਇਤ ਦੇ ਖਾਤੇ ਵਿੱਚ ਕੀ ਛੱਡਿਆ? ਮੇਰੀ ਪੰਚਾਇਤ ਨੂੰ ਮੈਨੂੰ 3,09,000 ਰੁਪਇਆ ਖਾਤੇ ਵਿੱਚ ਮਿਲਿਆ ਸੀਗਾ ਜੀ ਤੇ ਜਿਹਦੇ ਵਿੱਚ ਦੇਣਦਾਰੀਆਂ ਕੋਈ 7 ਲੱਖ ਤੋਂ ਉੱਪਰ ਦੀਆਂ ਸੀਗੀਆਂ ਖੜੀਆਂ ਤੇ ਮੈਂ ਤਾਂ ਮਾਈਨਸ ਦੇ ਵਿੱਚ ਹੀ ਇੱਕ ਅਕਾਊਂਟ ਲਿਆ ਵਾ ਤੇ ਸਾਨੂੰ ਪੰਜਾਬ ਸਰਕਾਰ ਵੱਲੋਂ ਸਿਰਫ ਇੱਕ 75,000 ਰੁਪਇਆ ਤੇ ਇੱਕ ਮਿੰਟ ਰੁਕੋ ਆਪਾਂ ਟਰਨ ਬਾਈ ਟਰਨ ਕੁਐਸਚਨ ਕਰਦੇ ਹਾਂ। ਤੁਸੀਂ ਦੱਸਿਆ ਕਿ ਤੁਹਾਡੇ ਉੱਤੇ 7 ਲੱਖ ਦੀਆਂ ਕਰਜ਼ਦਾਰੀਆਂ ਛੱਡੀਆਂ ਸਾਬਕਾ ਪੰਚਾਇਤ ਨੇ। ਹੁਣ ਇਹ ਵੀ ਦੱਸ ਦਿਓ ਕਿ ਉਹ ਕਿਹੜੇ ਕੰਮ ਸੀਗੇ ਜਿਨ੍ਹਾਂ ਦੇ ਲਈ ਤੁਹਾਡੀ ਪੰਚਾਇਤ ਨੂੰ ਸਾਬਕਾ ਪੰਚਾਇਤ ਦਾ ਛੱਡਿਆ ਹੋਇਆ ਕਰਜ਼ ਭੁਗਤਾਉਣਾ ਪਿਆ? ਉਹ ਕੁਛ ਸੀਵਰੇਜ ਦੀ ਪੇਮੈਂਟ ਸੀਗੀ ਜੀ ਜਿਹੜਾ ਇਹਨਾਂ ਨੇ ਸੀਵਰੇਜ ਪਵਾਇਆ ਸੀ ਪਿੰਡ ਵਿੱਚ ਤੇ ਬਸ ਕੁਛ ਠੇਕੇਦਾਰ ਦੇ ਜਿਨ੍ਹਾਂ ਨੇ ਪਾਇਆ ਸੀਗਾ ਉਹਨਾਂ ਦੀ ਪੇਮੈਂਟ ਸੀਗੀ। ਠੇਕੇਦਾਰ ਦੀ ਤਾਂ ਹਜੇ ਵੀ ਪੇਮੈਂਟ 18 ਲੱਖ ਰੁਪਇਆ ਸਰਪੰਚ ਵੱਲੋਂ ਨਿਕਲਦੀ ਆ ਪਰ ਉਹ ਹੁਣ ਅਸੀਂ ਨਹੀਂ ਨਾ ਦੇ ਸਕਦੇ ਕਿਉਂਕਿ ਉਹਨਾਂ ਦੇ ਕਾਰਜਕਾਲ 'ਚ ਕੰਮ ਹੋਇਆ ਸੀਗਾ ਤੇ ਉਹਨਾਂ ਨੇ ਦੇਣੀ ਸੀਗੀ। ਹਾਂਜੀ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੀ ਤੇ ਇਹ ਚਾਨਣਾ ਪਾਓ ਕਿ ਤੁਹਾਡੇ ਪਿੰਡ ਗਿੱਲ
ਕਿਉਂਕਿ ਜਦੋਂ ਇੱਥੇ ਨਜ਼ਰ ਮਾਰੇ ਤੁਹਾਡੇ ਘਰ ਤੱਕ ਪਹੁੰਚਣ ਨੂੰ ਹੀ ਲਾਈਨ ਪਾਰ ਕਰਨੀ ਪੈਂਦੀ ਹੈ, ਤੇ ਜਿਹੜੇ ਪਿੰਡ ਦੇ ਵਸਨੀਕ ਨੇ ਉਹਨਾਂ ਨੂੰ ਸ਼ਾਰਟਕਟ ਰਸਤਾ ਤੁਹਾਡੇ ਤੱਕ ਪਹੁੰਚਣਾ ਪੈਂਦਾ ਹੈ, ਜਾਂ ਤੁਹਾਡੇ ਜਿਹੜੇ ਮੈਂਬਰ ਪੰਚਾਇਤ ਨੇ ਉਹ ਆਪਣੇ ਆਪਣੇ ਵਾਰਡ ਵਿੱਚ ਰਹਿ ਕੇ ਆਪਣੇ ਪਿੰਡ ਵਾਸੀਆਂ ਦੀਆਂ ਸਮੱਸਿਆ ਸੁਣ ਰਹੇ ਨੇ? ਦੇਖੋ, ਮੈਂ ਸਰਪੰਚ ਬਣਨ ਤੋਂ 6 ਮਹੀਨੇ ਪਹਿਲਾਂ ਹੀ ਇੱਕ ਗਿੱਲ ਪਿੰਡ ਵਿੱਚ ਦਫ਼ਤਰ ਖੋਲ੍ਹ ਦਿੱਤਾ ਸੀਗਾ ਜੀ, ਲੋਕਾਂ ਦੀ ਸਹੂਲਤ ਲਈ। ਉੱਥੇ ਬਕਾਇਦਾ ਇੱਕ ਮੁੰਡਾ ਬੈਠਦਾ ਸੀਗਾ, ਮੇਰਾ ਦੋਸਤ, ਜਿਹੜਾ ਕਿ 8 ਵਜੇ ਤੋਂ 11 ਵਜੇ ਤੱਕ ਔਰ ਸ਼ਾਮੀ 5 ਤੋਂ 8 ਤੱਕ, ਤੇ ਉਸੇ ਸਮੇਂ ਵਿੱਚ ਮੈਂ ਵੀ ਉੱਥੇ ਬੈਠਦਾ ਸੀ। ਤੇ ਉਹ ਬਾਅਦ ਸਿਲਸਿਲਾ ਸਾਡਾ ਹੁਣ ਤੱਕ ਜਾਰੀ ਹੈ। ਗਿੱਲ ਪਿੰਡ ਵਿੱਚ ਉਹ ਸਾਡਾ ਆਫਿਸ ਆ ਜਿਹੜਾ 8 ਤੋਂ 11 ਵਜੇ ਤੱਕ ਤੇ ਸ਼ਾਮੀ 5 ਤੋਂ 8 ਵਜੇ ਤੱਕ ਖੁੱਲ੍ਹਦਾ ਵਾ। ਹੁਣ ਥੋੜ੍ਹੇ 1-2 ਮਹੀਨਿਆਂ ਤੋਂ ਸਾਨੂੰ ਕੋਈ ਪ੍ਰੋਬਲਮ ਸੀਗੀ ਮੈਨੂੰ, ਤੇ ਮੈਂ ਉੱਥੇ ਜਾਣਾ ਛੱਡਿਆ ਹੋਇਆ ਵਾ, ਤੇ ਮੈਂ ਘਰੇ ਹੀ ਮਿਲਦਾ ਵਾਂ, ਪਰ ਮੇਰਾ ਟਾਈਮਿੰਗ ਉਹੀ ਆ ਮਿਲਣ ਦੀ। ਬਾਕੀ ਜਦੋਂ ਜਿਹੜਾ ਸਰਪੰਚ ਹੁੰਦਾ ਨਾ ਜੀ, ਇਹਦੇ ਕੰਮ ਨਹੀਂ ਮੁੱਕਦੇ ਹੁੰਦੇ, ਤੇ ਲੋਕ ਸਾਨੂੰ ਸ਼ਹਿਰ ਦਫ਼ਤਰਾਂ ਵਿੱਚ ਵੀ ਜਾਣਾ ਪੈਂਦਾ, ਉੱਥੋਂ ਜਿੱਥੋਂ ਅਸੀਂ ਕੰਮ ਕਰਵਾਉਣੇ ਆ, ਤੇ ਲੋਕਾਂ ਨੇ ਵੀ ਸਾਨੂੰ, ਜਦੋਂ ਅਸੀਂ ਕਈ ਵਾਰ ਦਫ਼ਤਰ ਬੈਠਣਾ ਤੇ ਉਦੋਂ ਬਾਅਦ 'ਚ ਕਾਲ ਆਉਣੀ ਜਦੋਂ ਅਸੀਂ ਦਫ਼ਤਰ ਤੋਂ ਉੱਠ ਕੇ ਚਲੇ ਜਾਣਾ ਕਿ ਅਸੀਂ ਸਾਈਨ ਕਰਵਾਉਣੇ ਸੀਗੇ। ਪਰ ਮੇਰੀ ਆਦਤ ਆ ਕਿ ਮੇਰਾ ਜਿਹੜਾ ਪਿੰਡ ਆ ਉਹ ਘਰ ਤੋਂ 1 ਕਿਲੋਮੀਟਰ ਦੂਰ ਆ, ਕਿ ਲੋਕਾਂ ਨੂੰ ਇੱਥੇ ਨਾ ਆਉਣਾ ਪਵੇ, ਤੇ ਮੈਂ ਗਾਹੇ ਬਗਾਹੇ ਜਦੋਂ ਜਿੱਥੇ ਵੀ ਮੈਂ ਹੁੰਦਾ ਵਾਂ ਮੈਂ ਕਹਿ ਦਿੰਦਾ ਕਿ ਮੈਂ ਤੁਹਾਡੇ ਇੱਥੇ ਗਿੱਲਾਂ ਆ ਕੇ ਹੀ ਕੰਮ ਕਰ ਦਿੰਦਾ ਵਾਂ, ਤੇ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ। ਸਾਡਾ ਕਮਿਊਨੀਕੇਸ਼ਨ ਗੈਪ ਨਹੀਂ ਹੈਗਾ ਆਪਸ ਵਿੱਚ, ਅਸੀਂ ਇੱਕ ਦੂਜੇ ਨਾਲ ਸੈਟਿੰਗ ਕਰ ਲੈਂਦੇ ਹਾਂ। ਪਿੰਡ ਵਾਲੇ ਵੀ ਸਮਝਦੇ ਨੇ ਕਿ ਚਲੋ ਉਹ ਆ ਕੇ ਜਦੋਂ ਆਊਗਾ ਸ਼ਾਮ ਨੂੰ ਉਹ ਇੱਥੇ ਸਟੈਂਪ ਲਾ ਦੂਗਾ ਜਾਂ ਸਾਡੀ ਗੱਲ ਸੁਣ ਲੂਗਾ। ਇਸ ਤਰ੍ਹਾਂ ਸਾਡਾ ਵਧੀਆ ਚੱਲਦਾ, ਤੇ ਮੇਰੇ ਮੈਂਬਰ ਸਾਹਿਬਾਨ ਉਹ ਮੇਰਾ ਜਿਹੜੇ ਡਟ ਕੇ ਸਾਥ ਦਿੰਦੇ ਨੇ, ਤੇ ਕੰਮ ਉਹ ਬਹੁਤ ਜ਼ਿਆਦਾ ਵਧੀਆ ਸਾਂਭ ਰਹੇ ਨੇ। ਜਦੋਂ ਇੱਕ ਨੌਜਵਾਨ ਆਪਣੇ ਪਿੰਡ ਦਾ ਸਰਪੰਚ ਬਣਦਾ ਆ, ਤਾਂ ਕਿਤੇ ਨਾ ਕਿਤੇ ਜਾ ਕੇ ਜਦੋਂ ਉਹ ਸਰਪੰਚ ਨਹੀਂ ਹੁੰਦਾ, ਕਿਉਂਕਿ ਜਿਹੜੀ ਸਰਪੰਚੀ ਹੈ ਨਾ, ਇਹ ਫੁੱਟਬਾਲ ਦੀ ਉਹ ਖੇਡ ਹੈ ਕਿ ਜਦੋਂ ਆਪਾਂ ਦਰਸ਼ਕ ਬਣੇ ਹੋਏ ਆ ਤਾਂ ਆਪਾਂ ਨੂੰ ਖਿਡਾਰੀ 'ਚ ਕਮੀਆਂ ਨਜ਼ਰ ਆਉਂਦੀਆਂ ਨੇ, ਤੇ ਜਦੋਂ ਆਪਾਂ ਖਿਡਾਰੀ ਬਣ ਗਏ ਫਿਰ ਪਤਾ ਲੱਗਦਾ ਕਿ ਗੋਲ ਕਿਉਂ ਨਹੀਂ ਹੋਇਆ ਤੇ ਕਿਉਂ ਗੋਲਕੀਪਰ ਗੋਲ ਰੋਕ ਨਹੀਂ ਸਕਿਆ। ਤੇ ਤੁਸੀਂ ਹੁਣ ਆਪਣੇ ਕਾਰਜਕਾਲ ਦੇ ਵਿੱਚ, ਕਿਉਂਕਿ ਸਮਾਂ ਤੁਹਾਡਾ ਜਿਹੜਾ ਹੈਗਾ ਕਾਫੀ ਲੰਘ ਗਿਆ, ਤੇ ਤੁਹਾਡੇ ਕਰੀਬ 3.5 ਸਾਲ ਦੇ ਕਾਰਜਕਾਲ ਵਿੱਚ ਕੀ ਮਹਿਸੂਸ ਕਰਦੇ ਹੋ ਕਿ ਸਰਪੰਚ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹ ਸੱਚ ਵਿੱਚ ਜ਼ਿਆਦਾ ਹੁੰਦੀਆਂ ਨੇ, ਜਾਂ ਫਿਰ ਸਰਪੰਚ ਸਿਰਫ ਮੁੱਛ ਨੂੰ ਵੱਟ ਦੇ ਕੇ ਘੁੰਮਣ ਲਈ ਬਣੇ ਹੋਏ ਨੇ? ਨਹੀਂ, ਦੇਖੋ, ਜੇ ਤਾਂ ਤੁਸੀਂ ਤੁਹਾਡੇ ਵਿੱਚ ਕੰਮ ਕਰਨ ਦਾ ਜਜ਼ਬਾ ਹੋਵੇ ਫਿਰ ਤਾਂ ਤੁਸੀਂ ਉਹਦੇ ਤੋਂ ਬਿਨਾਂ ਵੀ ਕੰਮ ਕਰਦੇ ਰਹਿੰਦੇ ਹੋ। ਪਰ ਸਾਨੂੰ ਤਾਂ ਪਿੰਡ ਵਾਲਿਆਂ ਨੇ ਸਾਡੇ ਤੇ ਯਕੀਨ ਕੀਤਾ, ਤੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਕਿ ਅਸੀਂ ਸਰਪੰਚ ਚੁਣੇ ਗਏ। ਤੇ ਇਸ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਨੇ ਟਰਾਈ ਕੀਤੀ ਸੀ 2 ਵਾਰੀ, ਤੇ ਉਹਨਾਂ ਨੂੰ ਨਾਲ ਦੇ ਬੰਦਿਆਂ ਨੇ ਧੋਖਾ ਦੇ ਕੇ, ਜਿਹੜੇ ਕਿ ਫਾਦਰ ਸਾਹਿਬ ਦੇ ਖਾਸ ਦੋਸਤ ਸੀਗੇ, ਉਹਨਾਂ ਨੇ ਧੱਕੇ ਨਾਲ ਹਰਵਾਇਆ, ਗਿਣਤੀ ਦੇ ਵਿੱਚ ਕਾਊਂਟਿੰਗ ਦੇ ਵਿੱਚ ਹਰਵਾਉਂਦੇ ਰਹੇ। ਤੇ ਉਹੀ ਬਲਜੀਤ ਸਿੰਘ ਜਿਹੜਾ ਸੀਗਾ ਉਹ ਉਦੋਂ ਸਰਪੰਚ ਬਣਿਆ। ਮੇਰੇ ਫਾਦਰ ਸਾਹਿਬ 65 ਵੋਟਾਂ ਦੇ ਜਿੱਤੇ ਹੋਏ ਸੀਗੇ, ਤੇ ਦੁਬਾਰਾ ਕਾਊਂਟਿੰਗ ਕਰਾਈ ਤਾਂ 28 ਵੋਟਾਂ ਤੇ ਹਾਰੇ ਹੋਏ ਸਿੱਧੇ ਕਰਤੇ। ਚਲੋ ਇਹ ਚੀਜ਼ਾਂ ਪੁਰਾਣੀਆਂ ਹੋ ਗਈਆਂ। ਮੈਂ ਉਹਨਾਂ ਚੀਜ਼ਾਂ ਨੂੰ ਖਤਮ ਕਰਕੇ ਇੱਕ ਨਵੇਂ ਸਿਰਿਓਂ ਪਿੰਡ ਦੇ ਲੋਕਾਂ ਦੇ ਜਿਹੜਾ ਯਕੀਨ ਮੇਰੇ ਤੇ ਕੀਤਾ ਸੀਗਾ, ਮੈਂ ਉਹਨੂੰ ਪੂਰੇ ਕਰਦੇ ਹੋਏ ਨੇ ਆਪਣੇ ਵਿਕਾਸ ਕਾਰਜ ਆਰੰਭ ਕੀਤੇ, ਤੇ ਜਿੰਨਾ ਮੈਂ ਕਰ ਸਕਦਾ ਸੀ ਮੈਂ ਉਸ ਤੋਂ ਵੱਧ ਕੇ ਕੀਤਾ। ਜਿਹੜੇ ਕੰਮ ਮੈਂ ਨਹੀਂ ਵੀ ਸੀ ਕਰ ਸਕਦਾ ਮੈਂ ਉਹ ਵੀ ਕੀਤੇ। ਈਵਨ ਕਿ ਮੇਰੇ ਗਿੱਲ ਪਿੰਡ ਦੇ ਵਿੱਚ ਜਿਹੜੀਆਂ ਗਲੀਆਂ ਸੀਗੀਆਂ, ਤੁਸੀਂ ਜਿੰਨਾ ਇੰਟਰਲੋਕ ਦਾ ਕੰਮ ਹੋਇਆ ਵਾ, ਇਹ ਸਾਰਾ ਮੇਰੀ ਟਰਮ ਦੇ ਵਿੱਚ ਹੋਇਆ ਵਾ। ਤੇ ਜਿੰਨੇ ਨਵੇਂ ਟਰਾਂਸਫਾਰਮਰ ਲੱਗੇ ਨੇ, ਮੇਰੇ ਸਕੂਲ ਜਿਹੜੇ ਨੇ ਉਹ ਸਮਾਰਟ ਸਕੂਲ ਬਣੇ ਨੇ, 3 ਸਕੂਲ ਸੈਲਫ ਸਮਾਰਟ ਸਕੂਲ ਬਣੇ ਹੋਏ ਨੇ। ਤੁਸੀਂ ਉਹਨਾਂ ਦੀ ਪਹਿਲਾਂ ਹਾਲਤ ਦੇਖਿਓ ਤਾਂ ਹੁਣ ਦੀ ਹਾਲਤ ਦੇਖ ਲਿਓ। ਮੇਰੇ ਨਾਲ ਵੱਡਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦੀਪ ਸਿੰਘ ਤੇ ਰਣਵੀਰ ਸਿੰਘ ਸੀਗੇ, ਜਿਹੜੇ ਉਹਨਾਂ ਦੀ ਪ੍ਰਬੰਧਕ ਟੀਮ ਆ। ਮੇਰਾ ਦੋਸਤ ਆ ਮਨਵੀਰ ਸਿੰਘ ਜਿੰਦੂ, ਸਾਡਾ ਪੰਚ ਆ ਜੀ, ਉਹਨਾਂ ਦਾ ਇੱਕ ਗੋਲਡਨ ਕਲੱਬ ਬਣਾਇਆ ਹੋਇਆ, ਸਾਡਾ ਯੁਗ ਸੇਵਾਵਾਂ ਕਲੱਬ ਬਣਾਇਆ ਹੋਇਆ ਵਾ। ਉਹ ਰਲ ਕੇ ਅਸੀਂ ਗਰਾਊਂਡ ਜਿਹੜਾ ਸਾਡਾ ਕੁਟੀਆ ਵਾਲਾ, ਅਸੀਂ ਉਹਦੇ ਵਿੱਚ ਕਾਫੀ ਕੰਮ ਕੀਤਾ, ਕੋਈ 3 ਲੱਖ ਰੁਪਏ ਦੇ ਕਰੀਬ ਕੰਮ ਕੀਤਾ। ਉੱਥੇ ਬੂਟੇ ਲਗਾਏ ਨੇ, ਵਾਲੀਬਾਲ ਦਾ ਗਰਾਊਂਡ ਵਧੀਆ ਬਣਾਇਆ ਵਾ। ਹੁਣ ਅਸੀਂ ਇੱਕ ਜਿਮ ਲੈ ਕੇ ਆਏ ਆ। ਮਤਲਬ ਬਹੁਤ ਸਾਰੇ ਕੰਮ ਨੇ। ਟਰਾਂਸਫਾਰਮਰ, ਮੇਰਾ ਗਿੱਲ ਪਿੰਡ ਦਾ ਪਹਿਲਾ ਪਿੰਡ ਆ ਪੰਜਾਬ ਦਾ ਜਿਹਦੇ ਵਿੱਚ 1 ਸਾਲ 'ਚ 10 ਟਰਾਂਸਫਾਰਮਰ ਨਵੇਂ ਲੱਗੇ ਨੇ, ਤੇ ਮੈਂ ਇਹਦਾ ਬੜਾ ਮਾਣ ਮਹਿਸੂਸ ਕਰਦਾ, ਕਿਉਂਕਿ ਮੇਰੇ ਦੋਸਤ ਸੀਗੇ ਐਸਡੀਓ ਬੇਅੰਤ ਸਿੰਘ ਜੀ, ਸਾਡੇ ਸਰੀਂ ਬੈਠਦੇ ਸੀਗੇ। ਤੇ ਇਹ ਤਾਂ ਸਿਰਫ ਜਿਹੜੇ ਟਰਾਂਸਫਾਰਮਰ ਲੱਗੇ ਨੇ, ਜਿਹੜੀਆਂ ਹੋਰ ਕਾਫੀ ਛੋਟੇ ਕੰਮ ਹੁੰਦੇ ਨੇ ਜਿਹੜੇ ਕਿ ਆਧਾਰ ਕਾਰਡ ਬਣਾਉਣੇ ਆ। ਕਮ ਸੇ ਕਮ ਇੰਨਾ ਸਾਡੇ ਐਮਐਲਏ ਦੇ ਘਰੇ ਇਕੱਠ ਨਹੀਂ ਹੁੰਦਾ ਹੈਗਾ ਜਿੰਨਾ ਮੇਰੇ ਕੋਲੇ ਸਵੇਰੇ ਮਾਰਨਿੰਗ 'ਚ ਮੇਰੇ ਘਰੇ ਇਕੱਠ ਹੁੰਦਾ ਕਿ ਆਧਾਰ ਕਾਰਡ ਬਣਾਉਣ ਦੇ ਲਈ ਜਾਂ ਲੋਕਾਂ ਦੇ ਕੰਮਾਂ ਲਈ। ਤੇ ਹੋਰ ਕਿਸੇ ਦਾ ਕੋਈ ਘਰੇਲੂ ਝਗੜਾ ਵਾ, ਕੋਈ ਲੜਾਈ ਝਗੜਾ, ਕਾਫੀ ਕੁਛ ਹੁੰਦਾ ਜੀ ਪਿੰਡਾਂ 'ਚ। ਮਾੜੀ ਗੱਲ ਤੇ ਕੋਈ ਕਿਸੇ ਨੂੰ ਫਰਦ ਨਹੀਂ ਮਿਲਦੀ। ਪਟਵਾਰਖਾਨਾ ਸਾਡੇ ਗਿੱਲ 'ਚ 2 ਪਟਵਾਰਖਾਨੇ ਨੇ, ਕਿਸੇ ਨੇ ਰਜਿਸਟਰੀ ਕਰਾਉਣੀ ਆ। ਮਤਲਬ ਜਿੰਨੇ ਕੰਮ ਅਸੀਂ ਗਣਾਈ ਜਾਵਾਂਗੇ ਉਹਨੇ ਵਧੀ ਜਾਣੇ ਆ। ਕਰੋਨਾ ਕਾਲ ਟਾਈਮ ਅਸੀਂ ਕੰਮ ਕੀਤੇ ਨੇ ਜਿੰਨਾ ਅਸੀਂ ਲੋਕਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹਨਾਂ ਨੂੰ ਅਸੀਂ ਆਹ ਕਰਕੇ ਵੋਟਾਂ ਪਾਈਆਂ ਸੀਗੀਆਂ। ਠੀਕ ਹੈ, ਥੋੜ੍ਹੇ ਜਿਹੇ ਕੰਮ ਰਹਿ ਗਏ ਨੇ। ਸਾਨੂੰ ਇੱਕ ਪਾਰਕ ਮਿਲੀ ਹੋਈ ਆ, ਉਹ ਹਜੇ ਤੱਕ ਉਹਦੀ ਸਟਾਰਟਿੰਗ ਹੀ ਨਹੀਂ ਹੋਈ, ਪਰ ਅਸੀਂ ਮਨਜ਼ੂਰ ਕਰਾਈ ਬੈਠੇ ਆ 17 ਲੱਖ ਰੁਪਇਆ। ਤੇ ਜਿਹੜਾ ਅਸੀਂ ਲੋਕਾਂ ਨਾਲ ਵਾਅਦਾ ਕੀਤੇ ਨੇ ਅਸੀਂ ਉਹ ਪੂਰੇ ਕਰਾਂਗੇ। ਹੋ ਸਕਦਾ ਵਾਅਦੇ ਤੋਂ ਵੀ ਜ਼ਿਆਦਾ ਕਰ ਦਈਏ, ਤੇ ਹੋ ਸਕਦਾ ਕੁਝ ਰਹਿ ਵੀ ਜਾਵੇ, ਕਿਉਂਕਿ ਸਰਕਾਰਾਂ ਦੇ ਸਿਰ ਤੇ ਬਹੁਤ ਕੁਝ ਹੁੰਦਾ। ਸਾਨੂੰ ਸਰਕਾਰਾਂ ਤੋਂ ਕੁਝ ਨਹੀਂ ਮਿਲਿਆ ਹੈਗਾ। ਇੱਕ 5 ਲੱਖ ਤੇ 75,000 ਰੁਪਈਆ ਸਰਕਾਰ ਪੰਜਾਬ ਗੌਰਮੈਂਟ ਨੇ ਮੈਨੂੰ ਪਿਛਲੇ 3.5 ਸਾਲਾਂ 'ਚ ਦਿੱਤਾ। ਬਾਕੀ ਜਿਹੜਾ 14 ਤੇ 15 ਵਿੱਤ ਕਮਿਸ਼ਨ ਆ ਸੈਂਟਰ ਸਰਕਾਰ ਸਾਨੂੰ ਭੇਜਦੀ ਆ, ਉਹਦੇ ਤੋਂ ਅਸੀਂ ਕੰਮ ਚਲਾਏ ਨੇ, ਤੇ ਜਾਂ ਮੈਂ ਜ਼ਿਆਦਾ ਕੰਮ ਮਨਰੇਗਾ ਦੇ ਵਿੱਚੋਂ ਚਲਾਇਆ ਵਾ। ਹਾਂਜੀ।
ਤੁਸੀਂ ਆਪਣੇ ਵਿਕਾਸ ਕੰਮਾਂ ਦੀ ਜਾਣਕਾਰੀ ਤਾਂ ਦੇ ਦਿੱਤੀ, ਇਹ ਵੀ ਦੱਸਿਆ ਕਿ ਤੁਸੀਂ ਕੰਮ ਕਿਸ ਤਰ੍ਹਾਂ ਚਲਾਏ, ਕਿਹੜੀ ਗ੍ਰਾਂਟ ਦੇ ਨਾਲ ਚਲਾਏ। ਤੁਸੀਂ ਇੱਥੇ ਇੱਕ ਚਾਨਣਾ ਨਹੀਂ ਪਾਇਆ, ਜਿਹੜੇ ਤੁਹਾਡੇ ਪਿੰਡ ਦੇ ਵਸਨੀਕਾਂ ਨੇ ਸਾਨੂੰ ਇਹ ਜਾਣਕਾਰੀ ਦਿੱਤੀ, ਕਿਉਂਕਿ ਤੁਸੀਂ ਵਾਰੀ-ਵਾਰੀ ਸ਼ਬਦ ਵਰਤਿਆ ਸਾਡੀ ਸਰਕਾਰ ਸਾਡੀ ਸਰਕਾਰ। ਤੁਸੀਂ ਇੱਕ ਚਾਨਣਾ ਨਹੀਂ ਪਾਇਆ ਕਿ ਤੁਹਾਡੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਤੁਹਾਡੇ ਐਮਐਲਏ ਨੇ ਤੁਹਾਨੂੰ ਸਸਪੈਂਡ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ। ਮੈਨੂੰ ਕੋਸ਼ਿਸ਼ ਨਹੀਂ ਕੀਤੀ ਜੀ, ਮੈਂ ਸਸਪੈਂਡ ਹੋਇਆ ਵਾਂ। ਮੇਰੇ ਪਿੰਡ ਦੇ ਜਿਹੜੇ ਪੁਰਾਣੇ ਕਾਂਗਰਸੀ ਸੀਗੇ, ਜਿਹੜਾ ਮੇਰੇ ਤੋਂ ਪਹਿਲਾਂ ਮੇਰੇ ਵਿਰੋਧੀ ਕੈਂਡੀਡੇਟ ਮੇਰੇ ਤੋਂ ਹਾਰਿਆ ਸੀਗਾ, ਉਹਨੇ ਇੱਕ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਇੱਕ ਵਾਰੀ ਬਣਿਆ ਵਾ ਬੰਦਾ ਪਰਮਿੰਦਰ ਸਿੰਘ, ਉਹਨੇ ਇੱਕ ਸਾਡੇ ਸਾਬਕਾ ਸਰਪੰਚ ਬਲਜੀਤ ਸਿੰਘ, ਇਹਨਾਂ ਨੇ ਰਲ ਕੇ ਮੇਰੇ ਤੇ ਐਪਲੀਕੇਸ਼ਨ ਪਾਤੀ ਮੇਰੇ ਸਰਪੰਚ ਚੁਣੇ ਜਾਣ ਤੋਂ 1 ਸਾਲ ਬਾਅਦ, 6 ਮਹੀਨੇ ਬਾਅਦ ਹੀ ਪਾਤੀ ਸੀ ਕਿ ਇਹਨੂੰ ਰੋਕਿਆ ਕਿਵੇਂ ਜਾਵੇ, ਕਿਉਂਕਿ ਮੈਂ ਕੰਮ ਤਾਂ ਕਰਵਾਊਗਾ ਇਹ। ਤੇ ਉਹ ਚ ਪਾਤੀ ਮੇਰੇ ਮੁਕੱਦਮਿਆਂ ਦਾ ਪੁਰਾਣਿਆਂ ਦਾ ਵੇਰਵਾ ਦੇ ਕੇ ਮੇਰੇ ਤੇ ਐਪਲੀਕੇਸ਼ਨ ਪਾਈ, ਜਿਹਦੇ ਕਰਕੇ ਮੈਂ ਸਸਪੈਂਡ ਹੋ ਗਿਆ। ਮੇਰੇ ਹਲਕੇ ਦੇ ਐਮਐਲਏ ਸਾਹਿਬ ਨੇ ਜਿਹੜੇ, ਇਹਨਾਂ ਨੇ ਮੇਰੀ ਮਦਦ ਨਹੀਂ ਕੀਤੀ ਉਸ ਕੇਸ ਵਿੱਚ। ਤੇ ਚਲੋ ਮੇਰੇ ਆਪਣੇ ਸੋਰਸ ਸੀਗੇ, ਮੇਰੇ ਯਾਰ ਦੋਸਤ ਹੋਰ ਸੀਗੇ, ਮੈਂ ਉਹਨਾਂ ਦੇ ਥਰੂ ਆਪਣਾ ਬਚਾਅ ਕੀਤਾ। ਬਚਾਅ ਵੀ ਕੀ ਸੀਗਾ, ਮੈਂ ਸੱਚਾ ਸੀਗਾ ਤੇ ਮੈਂ ਬਹਾਲ ਹੋ ਕੇ ਆ ਗਿਆ ਵਾਂ। ਤੇ ਹੁਣ ਜਿਹੜੇ ਨਵੇਂ ਐਮਐਲਏ ਸਾਹਿਬ ਆਏ ਨੇ, ਇਹ ਵੀ ਮੇਰੇ ਪਿੱਛੇ ਹੱਥ ਹੋ ਕੇ ਪਏ ਹੋਏ ਨੇ, ਕਿਉਂਕਿ ਜਿਹੜਾ ਕੋਈ ਹਲਕੇ ਦੇ ਵਿੱਚ ਕੋਈ ਕਿਸੇ ਨੂੰ ਕਾਮਯਾਬ ਨਹੀਂ ਦੇਖਣਾ ਚਾਹੁੰਦਾ। ਕੋਈ ਨੌਜਵਾਨ ਇੱਕ ਆਪਣੇ ਪਿੰਡ ਲਈ ਕੰਮ ਕਰਦਾ। ਤੁਸੀਂ ਇੱਕ ਮਿੰਟ ਆਪਣੇ ਸ਼ਬਦਾਂ ਦੇ ਵਿੱਚ ਗੱਲ ਕਰੀਏ, ਨਵੇਂ ਐਮਐਲਏ ਆਏ ਹੈ ਨਾ ਜੀ, ਆਲਮੋਸਟ ਤੁਹਾਨੂੰ ਵੀ ਪਤਾ ਤੁਹਾਡੇ ਨਵੇਂ ਐਮਐਲਏ ਕੌਣ ਨੇ ਤੇ ਸਿਟੀ ਲਾਈਵ ਦੀ ਟੀਮ ਨੂੰ ਵੀ ਪਤਾ, ਪਰ ਸਾਡੇ ਕੁਝ ਦਰਸ਼ਕ ਇਹ ਜਿਹੇ ਅਸੀਂ ਚਾਹਾਂਗੇ ਹਰ ਐਮਐਲਏ ਜਿਸ ਦੇ ਸੰਬੰਧ ਵਿੱਚ ਵੀ ਗੱਲ ਕਰ ਰਹੇ ਹੋ, ਭਾਵੇਂ ਸਾਬਕਾ ਨੇ ਭਾਵੇਂ ਮੌਜੂਦਾ ਨੇ, ਉਹਨਾਂ ਦਾ ਨਾਮ ਲੈ ਕੇ। ਦੇਖੋ, ਜਿਹੜੇ ਸਾਬਕਾ ਐਮਐਲਏ ਸੀਗੇ ਉਹ ਸਾਡੇ ਹਲਕੇ ਦੇ ਸੀ, ਸਰਦਾਰ ਕੁਲਦੀਪ ਸਿੰਘ ਵੈਦ ਜੀ। ਉਹਨਾਂ ਦੇ ਹਾਰਨ ਦੀ ਵਜ੍ਹਾ ਇਹ ਰਹੀ ਕਿ ਉਹਨਾਂ ਨੇ ਆਪਣੀ ਟੀਮ ਨਹੀਂ ਸਟਰੋਂਗ ਕੀਤੀ। ਉਹਨਾਂ ਨੇ ਆਪਣੇ ਨਾਲ ਵਾਲੇ, ਜਦ ਕਿ ਮੈਂ ਕਾਂਗਰਸ ਦੇ ਵਿੱਚ ਨਹੀਂ ਸੀਗਾ, ਮੈਂ ਅੱਜ ਵੀ ਕਹਿਣਾ ਮੈਂ ਕਾਂਗਰਸ ਪਾਰਟੀ ਜੁਆਇਨ ਨਹੀਂ ਕੀਤੀ। ਹਾਂ, ਜਦੋਂ ਤੁਸੀਂ ਕਿਸੇ ਨਾਲ ਵਰਤਦੇ ਹੋ, ਤੁਸੀਂ ਨਾਲ ਵਿਚਰਦੇ ਹੋ, ਤਾਂ ਉਹ ਤੁਹਾਡਾ ਮੈਂ ਇੱਕ ਐਜ਼ ਏ ਦੋਸਤ ਕੁਲਦੀਪ ਸਿੰਘ ਵੈਦ ਜੀ ਨਾਲ ਵਿਚਰਦਾ ਸੀ। ਉਹਨਾਂ ਦਾ ਮੈਂ ਬੇਟੇ ਸਮਾਨ ਸੀਗਾ, ਬੱਚਿਆਂ ਵਰਗਾ ਸੀ। ਤੇ ਪਰ ਬਹੁਤ ਸਾਰੇ ਅਜਿਹੇ ਮੋੜ ਆਏ ਜਿੱਥੇ ਉਹਨਾਂ ਨੇ ਮੇਰੀ ਮਦਦ ਨਹੀਂ ਕੀਤੀ। ਮਦਦ ਇਹ ਹੁੰਦੀ ਹੈ ਕਿ ਮੈਂ ਆਪਣੇ ਲਈ ਅੱਜ ਤੱਕ ਕੁਛ ਨਹੀਂ ਕੀਤਾ। ਮੇਰਾ ਕੋਈ ਕਿਤੇ ਕੋਈ ਕਹਿ ਦੇਵੇ ਕਿ ਮੈਂ ਉੱਥੇ ਆ ਮੈਂ ਆਪਦਾ ਬਿਜ਼ਨਸ ਸੈੱਟ ਕਰ ਲਿਆ ਜਾਂ ਮੈਂ ਕੋਈ ਰੇਤੇ ਦਾ ਕੰਮ ਕਰ ਲਿਆ, ਕੋਈ ਇੱਕ ਬੰਦਾ ਵੀ ਇੱਕ ਪੈਸੇ ਦਾ ਇਲਜ਼ਾਮ ਲਾ ਦੇਵੇ। ਲੋਕਾਂ ਦੇ ਕੰਮ ਹੁੰਦੇ ਸੀ, ਅਸੀਂ ਲੋਕਾਂ ਦੇ ਕਰਵਾਉਣ ਜਾਂਦੇ ਸੀ, ਉਹਨਾਂ ਦੇ ਵਿੱਚ ਵੀ ਉਹ ਨਹੀਂ ਸੀ ਤਨਦੇਹੀ ਨਾਲ ਕੰਮ ਕਰਦੇ। ਉਹਨਾਂ ਦੇ ਹਾਰਨ ਦੀ ਵਜ੍ਹਾ ਵੀ ਇਹੀ ਬਣੀ ਆ, ਕਿਉਂਕਿ ਸਾਡੇ ਹਲਕੇ ਦੇ ਸਾਰੇ ਸਰਪੰਚ ਜਿਹੜੇ ਮੋਹਤਵਾਰ ਆਗੂ ਸੀਗੇ, ਉਹਨਾਂ ਨੂੰ ਨਾਲ ਲੈ ਕੇ ਨਹੀਂ ਚੱਲਿਆ ਤੇ ਉਹਨਾਂ ਦੇ ਹਾਰਨ ਦੀ ਵੱਡੀ ਵਜ੍ਹਾ ਇਹ ਬਣੀ ਆ। ਤੇ ਜਿਹੜੇ ਹੁਣ ਸਾਡੇ ਹੁਣ ਵਾਲੇ ਐਮਐਲਏ ਨੇ, ਇਹ ਆਏ ਨੇ ਜੀਵਨ ਸਿੰਘ ਸੰਗੋਵਾਲ ਜੀ। ਠੀਕ ਹੈ, ਇਲੈਕਸ਼ਨ ਤੋਂ ਪਹਿਲਾਂ ਤੱਕ ਵਧੀਆ, ਜਿੱਥੇ ਅਸੀਂ ਕਿਤੇ ਮਿਲਦੇ ਸੀਗੇ, ਵਧੀਆ ਬੋਲਦੇ ਵਰਤਦੇ ਰਹੇ ਆ। ਪਰ ਜਿਹੜੇ ਮੇਰੇ ਪਿੰਡ ਵਾਲੇ ਅਕਾਲੀ ਸੀਗੇ, ਉਹਨਾਂ ਨੂੰ ਡੋਨੇਸ਼ਨ ਦਿੱਤੀ ਇਲੈਕਸ਼ਨ ਦੇ ਵਿੱਚ। ਤੇ ਉਦੋਂ ਬਾਅਦ 'ਚ ਜਿਹੜੇ ਕੋਈ ਉਹਨਾਂ ਦਾ ਸਾਡੇ ਕੋਲ ਪਿੰਡ ਇੱਕ ਮੁੰਡਾ ਰਿਸ਼ਤੇਦਾਰ ਸੀਗਾ, ਉਹਨਾਂ ਨੇ ਰਲ ਕੇ ਜੀ ਮੇਰੀਆਂ ਜੜ੍ਹਾਂ ਵੱਢਣੀਆਂ ਸ਼ੁਰੂ ਕਰਤੀਆਂ। ਹੁੰਦਾ ਹੀ ਆ ਉਹਨਾਂ ਨੂੰ ਵੀ ਇਹਨੂੰ ਛੇਤੀ ਸਸਪੈਂਡ ਕਰਾ ਕੇ ਕਿਸੇ ਹੋਰ ਨੂੰ ਪੰਚ ਨੂੰ ਸਰਪੰਚੀ ਦਵਾ ਕੇ ਅਸੀਂ ਕੰਮ ਕਰ ਲਈਏ। ਪਰ ਮੈਂ ਇਸ ਰਾਜਨੀਤੀ ਦਾ ਹਿੱਸਾ ਨਹੀਂ ਹੈਗਾ, ਨਾ ਮੈਂ ਉਹਨਾਂ ਦੀ ਸੋਚ ਤੋਂ ਵੀ ਪਰੇ ਆ, ਨਾ ਮੈਂ ਇਹਨਾਂ ਚੀਜ਼ਾਂ ਨੂੰ ਮਨ ਤੇ ਲੈਣਾ ਵਾ ਕਿ ਮੈਂ ਸਰਪੰਚ ਵਾਂ ਤੇ ਅੱਜ ਹੈਗਾ ਕੱਲ ਨੂੰ ਨਹੀਂ ਹੈਗਾ ਵਾਂ। ਇਹ ਚੀਜ਼ਾਂ ਆਉਣ ਜਾਣ ਵਾਲੀਆਂ ਰਹਿੰਦੀਆਂ, ਕੀ ਪਤਾ ਗੁਰੂ ਮਹਾਰਾਜ ਨੇ ਮੇਰੇ ਲਈ ਕੀ ਸੋਚਿਆ ਹੋਇਆ। ਇਹ ਆਉਣੇ ਜਾਂਦੇ ਰਹਿੰਦੇ ਨੇ, ਕਦੇ ਇਹ ਆ ਗਏ ਕਦੇ ਇਹ ਚਲੇ ਗਏ। ਹੋ ਸਕਦਾ ਗਾਹਾਂ ਨੂੰ ਜਿਹੜੇ ਐਤਕੀ ਬਣੇ ਨੇ ਇਹ ਅੱਗੇ ਨੂੰ ਨਾ ਬਣਨ, ਤੇ ਹੋ ਸਕਦਾ ਇਹੀ ਬਣੀ ਜਾਣ, ਕੋਈ ਹੋਰ ਨਾ ਆਵੇ। ਜਿਹੜੇ ਪਹਿਲਾਂ ਬਣੇ ਹੋਏ ਸੀ ਉਹ ਵੀ ਨਾ ਆਉਣ, ਕਿਉਂਕਿ ਪਹਿਲੇ ਵੀ ਹੈ ਨਹੀਂ ਗਏ ਇੱਥੇ, ਉਹ ਨਹੀਂ ਰਹੇ, ਇਹਨਾਂ ਨੇ ਵੀ ਨਹੀਂ ਰਹਿਣਾ ਹੈਗਾ। ਇਸ ਕਰਕੇ ਮੈਂ ਇਹਨਾਂ ਚੀਜ਼ਾਂ ਤੋਂ ਪਰੇ ਆ। ਮੈਂ ਪਹਿਲਾਂ ਸਸਪੈਂਡ ਹੋਇਆ ਸੀ, ਮੈਨੂੰ ਉਦੋਂ ਵੀ ਕੋਈ ਦੁੱਖ ਨਹੀਂ ਸੀ ਹੋਇਆ। ਦੁੱਖ ਇਸ ਗੱਲ ਦਾ ਹੁੰਦਾ ਕਿ ਲੋਕਾਂ ਨੂੰ ਉਮੀਦਾਂ ਹੁੰਦੀਆਂ ਤੁਹਾਡੇ ਤੇ ਵੀ ਹਾਂ ਯਾਰ ਇਹ ਵਿਕਾਸ ਕਰੂਗਾ, ਇਹ ਸਾਡੇ ਕੰਮ ਆਊਗਾ, ਜੇ ਕਿਤੇ ਪਾਵਰ 'ਚ ਹੋਊਗਾ। ਉਹ ਲੋਕਾਂ ਦੀਆਂ ਉਮੀਦਾਂ ਕਰਕੇ ਤੁਹਾਨੂੰ ਦੁੱਖ ਹੁੰਦਾ, ਹੋਰ ਤੁਹਾਨੂੰ ਇਹ ਪਾਵਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਇਹਨਾਂ ਤੇ ਨਾ ਮੇਰੇ ਕੋਲ ਜਦੋਂ ਪਹਿਲਾਂ ਸਰਪੰਚ ਨਹੀਂ ਸੀ, ਉਦੋਂ ਕਿਹੜਾ ਮੈਂ ਰੋਟੀ ਨਹੀਂ ਸੀ ਖਾਂਦਾ। ਜੇਕਰ ਆਪਾਂ ਗੱਲ ਕਰੀਏ ਸਾਬਕਾ ਵਿਧਾਇਕ ਸਰਦਾਰ ਕੁਲਦੀਪ ਸਿੰਘ ਵੈਦ ਜੀ ਦੀ, ਤੁਸੀਂ ਹੀ ਨਹੀਂ ਹਲਕਾ ਗਿੱਲ ਦੇ ਕਈ ਕਾਂਗਰਸੀ ਸਰਪੰਚ ਭਾਈਚਾਰੇ ਨੇ ਦੱਸਿਆ ਕਿ ਕੀ ਕਾਰਨ ਹੈ ਕਿ ਕੁਲਦੀਪ ਸਿੰਘ ਵੈਦ ਜੀ ਦਾ ਹਲਕਾ ਗਿੱਲ 'ਚ ਵਿਰੋਧ ਹੋਇਆ। ਉਸੇ ਪ੍ਰਕਾਰ ਆਪਾਂ ਗੱਲ ਕਰੀਏ ਮੌਜੂਦਾ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਦੀ, ਤੁਹਾਨੂੰ ਲੱਗਦਾ ਹੈ ਕਿਉਂਕਿ ਚਲੋ ਤੁਹਾਡੇ ਪਿੰਡ ਦੀ ਤੇ ਤੁਹਾਡੇ ਸਬੰਧ ਵਿੱਚ ਤਾਂ ਆਪਾਂ ਮੰਨ ਲੈਂਦੇ ਹਾਂ ਕਿ ਕੋਈ ਨਾ ਕੋਈ ਪਿੰਡ ਦਾ ਮੁਹੱਤਵਰ ਇਹ ਜਿਹਾ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਦੇ ਕੰਨ ਭਰਦਾ ਹੋਣਾ, ਜਿਹਦੇ ਕਰਕੇ ਤੁਹਾਡੇ ਪਿੰਡ ਦੇ ਵਿੱਚ ਜ਼ਿਆਦਾ ਹੀ ਕਿਰਪਾ ਰਹਿੰਦੀ ਹੈ ਸੰਗੋਵਾਲ ਜੀ ਦੀ। ਪਰ ਕੀ ਤੁਹਾਨੂੰ ਲੱਗਦਾ ਹੈ ਕਿ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਹਲਕਾ ਗਿੱਲ ਨੂੰ ਨਿਰਪੱਖ ਹੋ ਕੇ ਇਹਨਾਂ ਪਿੰਡਾਂ ਦੇ ਹਲਕਾ ਗਿੱਲਦਿਆਂ ਦੇ ਵਿਕਾਸ ਕੰਮ ਕਰਵਾ ਸਕਣਗੇ? ਕਿਉਂਕਿ ਬਦਲਾਅ ਦੇ ਨਾਂ ਤੇ ਵੋਟਾਂ ਪਈਆਂ ਨੇ, ਕੀ ਸੱਚ ਵਿੱਚ ਬਦਲਾਅ ਹੋਏਗਾ? ਦੇਖੋ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਇਹ ਸਰਕਾਰ ਆਈ ਆ, ਇਹ ਜੀਵਨ ਸਿੰਘ ਸੰਗੋਵਾਲ ਦੇ ਮੂੰਹ ਨੂੰ ਵੋਟਾਂ ਨਹੀਂ ਪਈਆਂ। ਇਹ ਇਹਨਾਂ ਨੂੰ ਕਿਸੇ ਨੂੰ ਐਮਐਲਏ ਨੂੰ ਭੁਲੇਖਾ ਹੋਊਗਾ ਕਿ ਸਾਡੇ ਮੂੰਹ ਨੂੰ ਵੋਟਾਂ ਪਈਆਂ ਨੇ। ਇਹ ਲੋਕਾਂ ਨੇ ਇੱਕ ਬਦਲਾਅ ਭਾਲਿਆ, ਜਿਵੇਂ ਸੰਗਰੂਰ ਇਲੈਕਸ਼ਨ 'ਚ ਹੋਇਆ, ਬਿਲਕੁਲ ਸੇਮ। ਇਹ ਲੋਕਾਂ ਨੇ ਅਕਾਲੀ ਦਲ ਔਰ ਕਾਂਗਰਸ ਤੋਂ ਦੁਖੀ ਸੀਗੇ। ਬੀਜੇਪੀ ਇੱਥੇ ਕਾਮਯਾਬ ਨਹੀਂ ਸੀ ਹੋ ਰਹੀ।
ਤਾਂ ਲੋਕਾਂ ਕੋਲ ਇੱਕ ਬਦਲ ਸੀਗਾ ਕਿ ਦੇਖੋ ਵੀ ਆਪਾਂ ਆਮ ਆਦਮੀ ਪਾਰਟੀ ਨੂੰ ਵੀ ਇੱਕ ਵਾਰ ਪਰਖ ਲਈਏ। ਜਿਵੇਂ ਹੁਣ ਕਿ ਅੱਜ ਮੇਰੀ ਗੱਲ ਇੰਟਰਵਿਊ 'ਚ ਗੱਲ ਯਾਦ ਰੱਖਿਓ, ਅੱਜ ਤੋਂ 3-4 ਸਾਲਾਂ ਬਾਅਦ ਲੋਕਾਂ ਨੇ ਬੀਜੇਪੀ ਨੂੰ ਵੀ ਪਰਖਣਾ ਇਸੇ ਤਰ੍ਹਾਂ, ਪਰ ਉਹ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪਰਖਿਆ। ਇਹਨਾਂ ਦੇ ਮੂੰਹ ਨੂੰ ਕਿਸੇ ਨੂੰ ਇਹੋ ਜਿਹੇ ਕੈਂਡੀਡੇਟ ਸੀ ਜਿਨ੍ਹਾਂ ਨੂੰ ਲੋਕ ਜਾਣਦੇ ਨਹੀਂ ਸੀਗੇ, ਇਹ ਪ੍ਰਚਾਰ ਕਰਨ ਵੀ ਨਹੀਂ ਗਏ, ਲੋਕਾਂ ਤੱਕ ਪਹੁੰਚ ਵੀ ਨਹੀਂ ਹੋਈ, ਲੋਕਾਂ ਨੇ ਆਪ ਮੁਹਾਰੇ ਵੋਟਾਂ ਪਾਈਆਂ ਨੇ। ਈਵਨ ਕਿ ਮੇਰੇ ਯਾਰਾਂ ਦੋਸਤਾਂ ਨੇ, ਮੇਰੇ ਪਰਿਵਾਰ 'ਚੋਂ ਵੀ ਵੋਟਾਂ ਪਈਆਂ। ਮੈਂ ਕੋਈ ਝੂਠ ਨਹੀਂ ਬੋਲਦਾ ਕਿਉਂਕਿ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਹੈਗਾ, ਜਿਹੜੀ ਚੀਜ਼ ਸੱਚਾਈ ਆ ਉਹ ਸੱਚਾਈ ਰਹਿਣੀ ਆ। ਪਰ ਹੁਣ ਇਹ ਬਣਨ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਮੇਰੇ ਪਿੰਡ ਦੇ ਇੱਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਵਿੱਚ ਸਿੱਧਾ ਇੰਟਰਫੇਅਰ ਕੀਤਾ। ਅਕਾਲੀ ਦਲ ਔਰ ਕਾਂਗਰਸ ਵਾਲੇ ਬੰਦੇ ਉੱਥੇ ਕਾਬਜ਼ ਕਰਵਾ ਦਿੱਤੇ। ਉਹਨਾਂ 'ਚੋਂ ਇੱਕ ਬੰਦਾ ਵੀ ਆਮ ਆਦਮੀ ਪਾਰਟੀ ਦਾ ਵਰਕਰ ਨਹੀਂ ਹੈਗਾ ਜਿਨ੍ਹਾਂ ਦਾ ਉੱਥੇ ਧੱਕੇ ਨਾਲ ਕਬਜ਼ਾ ਕਰਵਾਇਆ ਪੁਲਿਸ ਦੇ ਥਰੂ। ਉਸ ਤੋਂ ਬਾਅਦ ਇਹ ਗਾਹੇ ਬਗਾਹੇ ਉਹੀ ਇੱਕ ਐਕਸ਼ਨ ਦੇ ਥਰੂ ਮੇਰੇ ਪਿੰਡ ਦਾ ਰਿਕਾਰਡ ਮੰਗ ਰਹੇ ਸੀਗੇ, ਜਦਕਿ ਐਕਸ਼ਨ ਦੀ ਪਾਵਰ ਨਹੀਂ ਹੈਗੀ ਮੇਰੇ ਤੋਂ ਰਿਕਾਰਡ ਮੰਗਣ ਦੀ। ਮੇਰੇ ਤੋਂ ਪਾਵਰ ਹੈਗੀ ਆ ਜੇ ਮੇਰੀ ਸ਼ਿਕਾਇਤ ਹੋਵੇ ਤਾਂ ਮੇਰੇ ਤੋਂ ਸਿਰਫ ਮੇਰਾ ਡਾਇਰੈਕਟਰ ਰਿਕਾਰਡ ਮੰਗ ਸਕਦਾ। ਉਸ ਤੋਂ ਉਦੋਂ ਬਾਅਦ 'ਚ ਸਾਡੇ ਤੋਂ SDM ਸਾਹਿਬ ਨੂੰ ਕਹਿ ਕੇ ਸਾਡੇ ਸਰਚ ਵਾਰੰਟ ਕਢਾਉਣ ਦੀ ਕੋਸ਼ਿਸ਼ ਕੀਤੀ। SDM ਸਾਹਿਬ ਅਸੀਂ ਚੁਣੇ ਹੋਏ ਨੁਮਾਇੰਦੇ ਆ, ਅਸੀਂ ਕੋਈ ਚੋਰ ਚੱਕੇ ਥੋੜ੍ਹੀ ਆ ਕਿ ਸਾਡੇ ਸਰਚ ਵਾਰੰਟ ਕੱਢੂਗਾ ਸਾਡੇ ਘਰਾਂ ਦੇ। ਸਾਤੋਂ ਲੀਗਲ ਤੌਰ ਤੇ ਸਾਤੋਂ ਰਿਕਾਰਡ ਮੰਗੋ, ਅਸੀਂ ਦੇਣ ਨੂੰ ਤਿਆਰ ਆ। ਪਰ ਇਹ ਥੋੜ੍ਹੀ ਕਿਉਂਕਿ ਧੱਕੇ ਨਾ ਕਹੂੰ ਮੈਂ ਤੇਰਾ ਰਿਕਾਰਡ ਚੈੱਕ ਕਰਨਾ, ਰਿਕਾਰਡ ਸਾਡਾ ਪਿਆ, ਸਾਡਾ ਰਿਕਾਰਡ ਕੰਪਲੀਟ ਆ। ਗੱਲ ਕੀ ਬਈ ਇਹਨੂੰ ਹਰਾਸ ਕਰੋ ਕਿਸੇ ਨਾ ਕਿਸੇ ਤਰੀਕੇ। ਤੇ ਇਹ ਭੁੱਲ ਗਏ ਕਿ ਕਿਸੇ ਟਾਈਮ ਅਸੀਂ ਇੱਕ ਦੂਜੇ ਨਾਲ ਵਰਤਦੇ ਹੁੰਦੇ ਸੀਗੇ। ਇਹ ਚੀਜ਼ਾਂ ਪੁਰਾਣੀਆਂ ਹੋ ਗਈਆਂ ਕਿ ਅਗਰ ਵੋਟਾਂ ਪਈਆਂ ਨੇ ਮੈਨੂੰ ਗਿੱਲ ਪਿੰਡ 'ਚੋਂ, ਇਕੱਲੇ ਉਹ ਬੰਦਿਆਂ ਨੇ ਤਾਂ ਨਹੀਂ ਪਵਾਤੀਆਂ ਕਿਉਂਕਿ ਉਹ ਤਾਂ ਪਾਰਟੀ ਦੇ ਚਿਹਰੇ ਸੀਗੇ, ਉਹਨਾਂ ਨੇ ਤਾਂ ਪਾਉਣੀਆਂ ਨਹੀਂ ਸੀਗੀਆਂ ਵੋਟਾਂ। ਤਾਂ ਸਾਡੇ ਵਰਗਿਆਂ ਦੇ ਜਿਹੜੇ ਯਾਰ ਦੋਸਤ ਸੀਗੇ, ਇਹਨਾਂ ਲੋਕਾਂ ਨੇ, ਆਮ ਲੋਕਾਂ ਨੇ ਪਿੰਡ ਦੇ ਵਿੱਚੋਂ ਹੀ ਪਈਆਂ ਨੇ। ਤੇ ਮੈਨੂੰ ਦੁਖੀ ਕਰਨਗੇ ਤਾਂ ਮੇਰਾ ਪਿੰਡ ਆਟੋਮੈਟਿਕ ਦੁਖੀ ਹੋਊਗਾ ਜੀ। ਗਲਤ ਰਾਜਨੀਤੀ ਕਰ ਰਹੇ ਨੇ, ਗੰਦੀ ਰਾਜਨੀਤੀ ਕਰ ਰਹੇ ਨੇ। ਤੇ ਇਹ ਇਕੱਲੀ ਮੇਰੇ ਪਿੰਡ 'ਚ ਨਹੀਂ, ਬਹੁਤ ਸਾਰੇ ਪਿੰਡਾਂ 'ਚ ਹੋ ਰਹੀ ਆ। ਹੁਣ ਇਹ ਕਹਿੰਦੇ ਅਸੀਂ 13 ਮੈਂਬਰੀ ਇੱਕ ਕਮੇਟੀ ਬਣਾਉਣੀ ਆ ਜਿਹੜੀ ਕਿ ਸਰਪੰਚਾਂ ਤੋਂ ਉਹਨਾਂ ਦਾ ਕੰਮਕਾਰ ਦਾ ਵੇਰਵਾ ਮੰਗਿਆ ਕਰੂਗੀ। ਸਾਰੇ ਪਿੰਡਾਂ ਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਆ। ਮੇਰੇ ਪਿੰਡ ਵੜ ਕੇ ਦਿਖਾਉਣ ਇਹ 13 ਮੈਂਬਰੀ ਕਮੇਟੀ ਵਾਲੇ, ਮੈਂ ਇਹਨਾਂ ਨੂੰ ਬੰਦੇ ਬਣਾ ਦੂੰਗਾ। ਮੈਂ ਜਿੱਤਿਆ ਹੋਇਆ ਕੈਂਡੀਡੇਟ ਆ, ਮੈਨੂੰ ਲੋਕਾਂ ਨੇ ਚੁਣਿਆ ਹੋਇਆ ਵਾ। ਇਹ ਕੋਈ ਸਰਕਾਰੀ ਅਹੁਦਾ ਨਹੀਂ ਹੈਗਾ ਕਿ ਸਾਡੇ ਤੇ 13 ਬੰਦੇ ਲਾ ਦੇਣਗੇ। ਇਹ ਮੇਰੇ ਤੋਂ ਮੰਗ ਕੇ ਦੇਖੇ ਕਿਹੜਾ ਹਿਸਾਬ ਮੰਗਦਾ, ਮੈਂ ਇਹਨਾਂ ਨੂੰ ਦਊਂ ਹਿਸਾਬ ਚੰਗੀ ਤਰ੍ਹਾਂ। ਮੈਂ ਇਹਨਾਂ ਤੋਂ ਕੀ ਡਰਨਾ, ਮੈਂ ਇਹਨਾਂ ਚੀਜ਼ਾਂ ਤੋਂ ਪਰੇ ਆ। ਮੈਨੂੰ ਇਹ ਸਸਪੈਂਡ ਕਰਾਉਂਦੇ ਮੇਰੇ ਤੇ ਬਲੇਮ ਲਾਉਂਦੇ ਮੇਰੇ ਤੇ ਪਰਚੇ ਦਵਾਉਂਦੇ ਨੂੰ ਜਿਹੜਾ ਕੁਛ ਇਹਨਾਂ ਤੋਂ ਜ਼ੋਰ ਲੱਗਦਾ ਇਹ ਕਰ ਲੈਣ। ਮੈਂ ਆਪਦੇ ਸੱਚ ਤੇ ਖੜਾ ਵਾਂ ਤੇ ਲੋਕਾਂ ਨੇ ਮੈਨੂੰ ਚੁਣਿਆ ਵਾ। ਇਹ 13 ਮੈਂਬਰੀਆਂ ਕਮੇਟੀਆਂ ਤਾਂ ਅਸੀਂ ਐ ਰੋਲ ਦਾਂਗੇ ਇਹਨਾਂ ਦੀਆਂ। ਜਦ ਕਿ ਮਿੱਕਾ ਜੀ ਇੱਕ ਮਿੰਟ, ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ, ਕਾਂਗਰਸੀ MC ਔਰ ਕਾਂਗਰਸੀ ਸਰਪੰਚ ਭਾਈਚਾਰਾ ਕਿਤੇ ਨਾ ਕਿਤੇ ਇਹ ਸੋਚ ਕੇ ਕਿ ਅਸੀਂ ਸਰਕਾਰ ਤੋਂ ਗ੍ਰਾਂਟ ਲੈਣੀ ਹੈ, MLA ਨੂੰ ਮਿਲਦੇ ਰਹੀਏ, ਤੇ ਉਹਨਾਂ ਨੇ ਆਪਣੀ ਪਾਰਟੀ ਬਦਲ ਲਈ ਆ, ਆਮ ਆਦਮੀ ਪਾਰਟੀ 'ਚ ਚਲੇ ਗਏ ਨੇ। ਕਈ ਕਾਂਗਰਸੀ ਸਰਪੰਚ ਇਹ ਜਿਹੇ ਨੇ ਜਿਹੜੇ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਦੇ ਕੋਲ ਬੈਠ ਰਹੇ ਨੇ। ਕੀ ਤੁਹਾਨੂੰ ਡਰ ਨਹੀਂ ਲੱਗਦਾ, ਕਿਉਂਕਿ ਤੁਸੀਂ ਤਾਂ ਆਲਰੇਡੀ ਪਹਿਲਾਂ ਹੀ ਦੇਖਿਆ ਜਾਵੇ ਸੰਘਰਸ਼ ਕਰ ਰਹੇ ਹੋ? ਕੀ ਤੁਹਾਨੂੰ ਇਦਾਂ ਨਹੀਂ ਲੱਗਦਾ ਕਿ ਸਰਦਾਰ ਜੀਵਨ ਸਿੰਘ ਸੰਗੋਵਾਲ ਨੇ ਜੇਕਰ, ਕਿਉਂਕਿ ਜਿਸ ਤਰ੍ਹਾਂ ਤੁਸੀਂ ਅੱਜ ਕੈਮਰੇ ਦੇ ਸਾਹਮਣੇ ਸ਼ਬਦ ਬੋਲੇ ਨੇ, ਤੁਹਾਨੂੰ ਡਰ ਨਹੀਂ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਿਸੇ ਵੀ ਪ੍ਰਕਾਰ ਤੁਹਾਨੂੰ ਮੁੱਖ ਰੱਖ ਕੇ ਲਪੇਟੇ ਵਿੱਚ ਲੈ ਲੇਗੀ? ਦੇਖੋ, ਮੈਂ ਚੋਰੀ ਕਰਾਂ ਦਾ ਡਰਾਂ ਤੇ ਸੱਚ ਬੋਲਣ ਤੇ ਮੇਰੇ ਜੀਭ ਇਹ ਕੱਟ ਦੇਣ, ਮੈਂ ਸੱਚ ਬੋਲਣੋਂ ਨਹੀਂ ਹਟ ਸਕਦਾ। ਇਹਨਾਂ ਨੂੰ ਵੀ ਪਤਾ ਮੇਰੇ ਸੰਬੰਧ ਕਿੱਥੇ ਨੇ। ਜੇ ਮੈਂ ਬੋਲ ਰਿਹਾ ਤਾਂ ਮੇਰੇ ਵਿੱਚ ਵੀ ਕੁਝ ਹੋਊਗਾ। ਮੇਰੇ ਪਿੱਛੇ ਮੇਰੇ ਗੁਰੂ ਮਹਾਰਾਜ ਦੀ ਪਾਵਰ ਹੈ ਤੇ ਜੇ ਮੈਂ ਗਲਤ ਕੰਮ ਕਰੂੰਗਾ ਤਾਂ ਮੈਨੂੰ ਗੁਰੂ ਮਹਾਰਾਜ ਆਪਣੇ ਆਪ ਸਜ਼ਾ ਦੇ ਦੂ। ਇਹ ਦੁਨਿਆਵੀ ਲੋਕ ਇਹ ਮੇਰਾ ਕੀ ਵਿਗਾੜ ਲੈਣਗੇ। ਦੂਸਰਾ, ਮੈਂ ਫਿਰ ਕਹਿਣਾ ਕਿ ਇਹਨਾਂ ਦਾ ਤਾਂ ਆਪਣਾ ਹੀ ਨਹੀਂ ਪਤਾ ਹੈਗਾ ਕਿ ਇਹ ਕਿੰਨਾ ਚਿਰ ਰਹਿਣਗੇ, ਕਿੰਨਾ ਚਿਰ ਨਹੀਂ ਰਹਿਣਗੇ। ਹੋ ਸਕਦਾ 2 ਸਾਲਾਂ ਬਾਅਦ ਇਹ ਸਾਰੇ BJP 'ਚ ਸ਼ਾਮਲ ਹੋਏ ਹੋਣ। ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਨੇ ਜਾਣਾ ਕਿੱਥੇ ਆ ਹਜੇ। ਤੇ ਇਹ ਇਹਨਾਂ ਦੀ ਪਾਵਰ ਸਾਨੂੰ ਪਤਾ ਕਿੰਨੀ ਕਾ। ਇਹ ਤਾਂ ਇੱਕ SHO ਨਹੀਂ ਲਵਾ ਸਕਦੇ ਆਪਦੇ ਥਾਣੇ ਵਿੱਚ, ਇੱਕ BDPO ਨਹੀਂ ਚੇਂਜ ਕਰਵਾ ਸਕਦੇ। ਤੇ ਉਲਟਾ ਜਿਹੜਾ ਗੁੱਸਾ ਵਾ ਉਹ ਸਾਡੇ ਤੇ ਕੱਢਦੇ ਆ। ਡਿੱਗੀ ਗੁੱਸੇ ਤੋਂ ਖੋਤਾ ਮਾਰਤੇ। ਇਹਨਾਂ ਦਾ ਤਾਂ ਉਹ ਕੰਮ ਫੜਿਆ ਹੋਇਆ ਵਾ ਕਿ ਹੋਰ ਨਹੀਂ ਤਾਂ ਯਾਰ ਇਹਨਾਂ ਨੂੰ ਹੀ ਤੰਗ ਕਰ ਲਓ, ਜਿਹੜੇ ਆ ਪੁਰਾਣੇ ਮੋਹਤਬਾਰ ਜੇ ਸੀਗੇ ਇਹਨਾਂ ਨੂੰ ਬਿਠਾ ਦਈਏ। ਇਸੇ ਤਰ੍ਹਾਂ ਇਲੈਕਸ਼ਨਾਂ ਨਹੀਂ ਜਿੱਤੀਆਂ ਜਾਣੀਆਂ। ਇਹ ਜਦ ਦੇਖੋ ਹਲਕਾ MLA ਸੀਗਾ, ਜਿਸ ਦਿਨ ਇਹਨੇ ਮੇਰੇ ਪਿੰਡ ਆਉਣਾ ਸੀਗਾ, ਮੈਂ ਪੂਰਾ ਤਿਆਰ ਸੀਗਾ ਕਿ ਮੈਂ ਇਹਨਾਂ ਦਾ ਸਵਾਗਤ ਕਰੂੰਗਾ। ਕਿਉਂਕਿ ਕੋਈ ਵੀ MLA ਆ, ਕੋਈ ਅਫਸਰ ਆਵੇ, ਕੋਈ MLA ਆਵੇ, ਸਾਡਾ ਫਰਜ਼ ਬਣਦਾ ਪੰਚਾਇਤ ਤੌਰ ਤੇ, ਕਿਉਂਕਿ ਸਾਨੂੰ ਪੰਚਾਇਤਾਂ ਦੇ ਅਸੀਂ ਨੁਮਾਇੰਦੇ ਆ, ਅਸੀਂ ਇਹਨਾਂ ਦਾ ਸਵਾਗਤ ਕਰਨਾ ਸੀਗਾ। ਪਰ ਉਹ ਇਹਨਾਂ ਦਾ ਭਾਣਜਾ ਸੀਗਾ, ਉਹਨੇ ਕਹਤਾ ਜੀ ਕਿ ਮਾਮਾ ਜੀ ਉਹਨੂੰ ਨਹੀਂ ਬੁਲਾਉਣਾ ਹੈਗਾ, ਆਪਾਂ ਮੀਕੇ ਨੂੰ ਨਹੀਂ ਉੱਥੇ ਬੁਲਾਉਣਾ ਹੈਗਾ। ਠੀਕ ਆ ਜੀ, ਮੈਨੂੰ ਕਹੀ ਗਿਆ ਆ ਜਿਓ, ਮੌਕੇ ਤੇ ਆ ਕੇ ਉਹ ਜਵਾਬ ਦੇ ਗਏ। ਸੋ ਕਈ ਕਾਰਨ ਨੇ, ਕਈ ਬੰਦੇ ਸਾਨੂੰ ਅੱਗੇ ਨਹੀਂ ਆਉਣ ਦੇਣਾ ਚਾਹੁੰਦੇ। ਅਸੀਂ ਅੱਗੇ ਆ ਕੇ ਲੈਣਾ ਵੀ ਹੈ ਨਹੀਂ ਕੁਛ। ਅਸੀਂ ਲੋਕਾਂ ਦੀ ਸੇਵਾ ਕਰਨੀ, ਅਸੀਂ ਕਰਦੇ ਰਹਿਣਾ। ਇਹ ਸਾਡੇ ਕੋਲ ਆਉਦੇ ਹੈਗੇ ਚਾਹੇ ਨਹੀਂ ਹੈਗੇ ਨੇ, ਅਸੀਂ ਕਰਾਂਗੇ। ਬਾਕੀ ਰਹੀ ਗੱਲ ਮੁਕੱਦਮਿਆਂ ਦੀ, ਮੈਨੂੰ ਉਲਝਾ ਲੈਣ, ਕੁਛ ਕਰ ਲੈਣ। ਇਹ ਜਿਹਦੇ 'ਚ ਜ਼ੋਰ ਹੈਗਾ ਉਹ ਲਾ ਲਵੇ। ਪਾਵਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਸਾਡੇ 'ਚ ਵੀ ਪਾਵਰਾਂ ਹੈਗੀਆਂ ਨੇ, ਸਾਡੇ 'ਚ ਵੀ ਆਉਣਗੀਆਂ, ਸਾਡੇ 'ਚ ਹੈਗੀਆਂ ਵੀ ਨੇ। ਤੇ ਅਸੀਂ ਮੁਕਾਬਲਾ ਕਰਨਾ ਜਾਣਦੇ ਹਾਂ। ਅਸੀਂ ਤਾਂ ਪਹਿਲਾਂ ਸਾਡਾ ਅਕਾਲੀ ਦਲ ਦੀ ਸਰਕਾਰ ਸੀਗੀ, ਸਾਡਾ ਉਹਦੇ ਨਾਲ ਵੀ ਪੰਗਾ। ਸਾਡੇ ਅਕਾਲੀ ਦਲ ਦੇ ਸਰਕਾਰ ਦੇ ਵਿੱਚ ਮੁਕੱਦਮੇ ਹੋਏ। ਜੇ ਕਾਂਗਰਸ ਦੀ ਸਰਕਾਰ ਆਈ, ਸਾਡੇ ਕਾਂਗਰਸ ਦੇ ਸਰਕਾਰ ਦੇ ਵਿੱਚ ਵੀ ਮੁਕੱਦਮੇ ਹੋਏ।
ਤੇ ਕੋਈ ਗੱਲ ਨਹੀਂ, ਜੇ ਇਹ ਵੀ ਸਾਨੂੰ ਮੁਕੱਦਮੇ ਵਾਲੇ ਲੱਡੂ ਸਾਡੇ ਮੂੰਹ 'ਚ ਪਾ ਦੇਣਗੇ ਅਸੀਂ ਉਹ ਵੀ ਖਾ ਲਾਂਗੇ, ਕੋਈ ਗੱਲ ਨਹੀਂ, ਸਾਨੂੰ ਪਰਵਾਹ ਨਹੀਂ। ਮਿੱਕਾ ਜੀ, ਜਦੋਂ ਗੱਲ ਆਉਂਦੀ ਹੈ ਪੰਚਾਇਤੀ ਆਮਦਨ ਦੀ ਤਾਂ ਪਿੰਡ ਗਿੱਲ ਦੇ ਟੋਬੇ ਦੇ ਕੋਲ ਮੰਡੀ ਲੱਗਦੀ ਹੈ। ਉਸ ਦੀ ਆਮਦਨ ਤੁਹਾਡੀ ਪੰਚਾਇਤ ਨੂੰ ਕਿੰਨੀ ਹੈ ਤੇ ਤੁਸੀਂ ਉਹ ਪੰਚਾਇਤੀ ਆਮਦਨ ਕਿੱਥੇ-ਕਿੱਥੇ ਖਰਚ ਕਰ ਰਹੇ ਹੋ ਜਿਹੜੀ ਮੰਡੀ ਤੋਂ ਹੋ ਰਹੀ ਹੈ ਤੁਹਾਨੂੰ ਇਨਕਮ? ਦੇਖੋ, ਪਹਿਲਾਂ ਜਿਹੜੀ ਉਹ ਮੰਡੀ ਸੀਗੀ ਜੀ, ਜਦੋਂ ਮੇਰੀ ਪੰਚਾਇਤ ਬਣੀ ਆ ਉਸ ਟਾਈਮ ਬਣਦੇ ਸਾਰੀ ਕਰੋਨਾ ਕਾਲ ਆ ਗਿਆ। ਪਹਿਲਾਂ ਕਾਫੀ ਟਾਈਮ ਇੱਕ ਕੇਸ ਚੱਲਦਾ ਰਿਹਾ, ਉਸ ਤੋਂ ਬਾਅਦ ਕਰੋਨਾ ਕਾਲ ਆ ਗਿਆ, ਕਰੋਨਾ ਕਾਲ 'ਚ ਨਹੀਂ ਲੱਗੀ ਹੈਗੀ, ਉਸ ਤੋਂ ਬਾਅਦ ਫਿਰ ਲੱਗੀ, ਹਟ ਗਈ, ਇਹੋ ਜਿਹਾ ਕੁਝ ਹੋਈ ਗਿਆ। ਹੁਣ ਜਦੋਂ ਇਹ ਨਵੀਂ ਸਰਕਾਰ ਆਈ ਆ ਤਾਂ ਇਹਨਾਂ ਨੇ ਬੋਲੀ ਕਰਵਾਈ ਆ ਜੀ, BDPO ਸਾਹਿਬ ਨੇ ਬੋਲੀ ਕਰਵਾਈ ਆ, ਤੇ ਮੈਂ ਉਸ ਦਿਨ ਬੋਲੀ 'ਚ ਹਾਜ਼ਰ ਨਹੀਂ ਸੀਗਾ। ਸਾਤੋਂ ਬਾਅਦ 'ਚ ਸਾਈਨ ਕਰਵਾਉਂਦੇ ਨੇ ਇਹ ਕਿ ਹਾਂਜੀ ਤੁਸੀਂ ਸਾਈਨ ਕਰ ਦਿਓ ਆ ਕੇ। ਮੈਨੂੰ ਨਹੀਂ ਪਤਾ ਇਹ ਕੀ ਘਪਲਾ ਹੋਇਆ ਕੀ ਨਹੀਂ ਹੋਇਆ, ਕਿਉਂਕਿ MLA BDPO ਮੇਰੇ ਉੱਪਰ ਤਾਂ BDPO ਬੈਠਾ ਮੇਰਾ ਅਫਸਰ, ਉਹਨੇ ਮੈਨੂੰ ਕਿਹਾ ਕਿ ਇੱਥੇ ਸਾਈਨ ਕਰ ਦਿਓ, ਮੈਂ ਕਰਤੇ। ਤੇ ਮੈਂ ਇਹਨਾਂ ਚੀਜ਼ਾਂ ਤੋਂ ਇਗਨੋਰ ਵੀ ਨਹੀਂ ਕਰਦਾ ਹੈਗਾ ਕਿ ਮੈਂ ਉਸ ਟਾਈਮ ਮੰਡੀ ਦੀ ਬੋਲੀ 'ਚ ਹਾਜ਼ਰ ਨਹੀਂ ਸੀ। ਤੇ ਡਾਇਰੈਕਟ ਇਨਡਾਇਰੈਕਟ ਮੈਂ ਕਹਿ ਸਕਦਾ ਕਿ MLA ਦੀ ਸ਼ਹਿ 'ਤੇ ਇਹ ਮੇਰੇ ਪਿੰਡ ਵਿੱਚ ਬਹੁਤ ਵੱਡਾ ਘਪਲਾ ਹੋਇਆ, ਜਿਹਦੇ ਵਿੱਚ ਫਿਰ ਮੋਹਰੀ ਸਾਨੂੰ ਬਣਾਉਣਾ ਕਿ ਤੁਹਾਡੇ ਸਾਈਨ ਵੀ ਹੈਗੇ ਨੇ। ਸਾਨੂੰ ਤਾਂ ਬਹੁਤ ਸਾਰੀਆਂ ਮਜਬੂਰੀਆਂ 'ਚ ਦਿਖਾ ਕੇ ਸਾਈਨ ਕਰਵਾ ਲੈਂਦੇ ਨੇ ਕਿ ਇੱਥੇ ਸਾਈਨ ਕਰ ਦਿਓ, ਇੱਥੇ ਕਰ ਦਿਓ। ਬਹੁਤ ਸਾਰੇ ਡਾਕੂਮੈਂਟ ਹੁੰਦੇ ਨੇ ਜਿਨ੍ਹਾਂ 'ਚ ਅਸੀਂ ਪਹਿਲਾਂ ਸਾਈਨ ਕਰ ਦਿੰਦੇ ਹਾਂ, ਕਈ ਵਾਰ ਬਾਅਦ 'ਚ ਸਾਈਨ ਕਰ ਦਿੰਦੇ ਹਾਂ। ਇਹ ਚੀਜ਼ ਵੀ ਥੋੜ੍ਹੇ ਦਿਨਾਂ 'ਚ ਬਾਹਰ ਖੁੱਲ੍ਹ ਕੇ ਆ ਜਾਊਗੀ। ਗੁਰੂ ਸਾਹਿਬਾਨ ਜੀ ਦੇ ਆਸ਼ੀਰਵਾਦ ਦੇ ਸਦਕਾ ਜੇਕਰ ਗੱਲ ਕਰੀਏ ਆਪਾਂ, ਤੁਹਾਡੇ ਖੂਨ ਦੇ ਵਿੱਚ ਜਿਹੜੇ ਜਜ਼ਬਾਤ ਨੇ ਉਹ ਗਰਮ ਸੁਭਾਅ ਦੇ ਨੇ। ਤੇ ਜੇਕਰ ਆਪਾਂ ਗੱਲ ਕਰੀਏ ਪਿੰਡ ਦੇ ਵਿਕਾਸ ਕੰਮਾਂ ਦੀ, ਪਿੰਡ ਦੇ ਵਿਕਾਸ ਕੰਮਾਂ ਦੇ ਨਾਲ ਪਿੰਡ ਦੇ ਵਿੱਚ ਜੋ ਵਸਨੀਕ ਰਹਿੰਦੇ ਨੇ, ਖਾਸ ਕਰਕੇ ਜੇਕਰ ਉਹ ਵਸਨੀਕ ਅਹੁਦਿਆਂ ਦੇ ਉੱਤੇ ਹੋਣ, ਸਰਕਾਰੀ ਤੰਤਰ ਵਿੱਚ ਰਹੇ ਹੋਣ, ਤੇ ਉਹਨਾਂ ਤੋਂ ਜੇਕਰ ਕੋਈ ਗਲਤੀ ਹੋ ਜਾਂਦੀ ਹੈ ਤਾਂ ਮੌਜੂਦਾ ਪੰਚਾਇਤ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਦੇ ਉੱਤੇ ਕੋਈ ਨਾ ਕੋਈ ਕਾਰਵਾਈ ਕਰੇ। ਦੇਖੋ, ਉਹ ਜਦੋਂ ਸਾਡਾ ਪੰਚਾਇਤ ਬਣੀ ਆ ਉਸ ਤੋਂ ਬਾਅਦ 6 ਮਹੀਨਿਆਂ ਬਾਅਦ ਇੱਕ ਲੇਡੀਜ਼ ਨੇ ਉਹਨਾਂ ਖਿਲਾਫ ਦਰਖਾਸਤ ਦਿੱਤੀ ਕਿ ਉਹ ਸਾਡੇ ਇੱਥੇ ਟੀਚਰ ਸੀਗੀ, ਉਹਦੇ ਕਰਕੇ ਉਹਨੂੰ ਜੀ ਇਹਨੇ ਵਿਆਹ ਦਾ ਝਾਂਸਾ ਦੇ ਕੇ ਉਹਦੇ ਨਾਲ ਬਲਾਤਕਾਰ ਕੀਤਾ। ਉਸ ਟਾਈਮ ਇਹ ਬਲਜੀਤ ਸਿੰਘ ਸਾਬਕਾ ਸਰਪੰਚ ਸੀ, ਬਟ GNE ਕਾਲਜ ਦੇ ਵਿੱਚ ਟਰਸਟੀ ਸੀ, ਜਿਹੜਾ ਕਿ ਸ਼੍ਰੋਮਣੀ ਕਮੇਟੀ ਦੇ ਅਧੀਨ ਕਾਲਜ ਚੱਲਦਾ। ਵੈਸੇ ਤਾਂ ਜਿਹੜੀ ਉੱਥੇ ਦਾ ਟਰਸਟ ਵਾ, ਜਦੋਂ ਨਵੀਂ ਪੰਚਾਇਤ ਬਣ ਜਾਂਦੀ ਆ ਉਹ 5 ਬੰਦੇ ਉਹ ਚੁਣ ਕੇ ਭੇਜਦੀ ਆ ਟਰਸਟ ਦੇ ਵਿੱਚ। ਅਸੀਂ 5 ਬੰਦੇ ਚੁਣ ਕੇ ਭੇਜੇ ਸੀਗੇ, ਪਰ ਉਹਨਾਂ ਨੇ ਐਕਸੈਪਟ ਨਹੀਂ ਕੀਤੇ, ਪ੍ਰਧਾਨ ਸਾਹਿਬ ਨੇ। ਉਸਨੇ ਵੱਖ-ਵੱਖ ਸਮੇਂ 'ਤੇ ਅਸੀਂ ਜਾ ਕੇ ਉਹਨਾਂ ਨੂੰ ਅਵੇਅਰ ਕਰਾਉਂਦੇ ਰਹੇ, ਅਸੀਂ ਰਿਕੁਐਸਟ ਕਰਦੇ ਰਹੇ, ਜਿਹੜੇ ਵੀ ਮੌਜੂਦਾ ਪ੍ਰਧਾਨ। ਹੁਣ ਵੀ ਅਸੀਂ ਕੁਝ ਦਿਨ ਪਹਿਲਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੂੰ ਮਿਲੇ ਆ। ਉਹਨਾਂ ਨੇ ਵੀ ਕਹਿਤਾ ਵੀ ਕੋਈ ਗੱਲ ਨਹੀਂ, ਅਸੀਂ ਦੇਖਦੇ ਹਾਂ ਜੀ। ਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਆਪਣੀ ਟਰਮ ਦੇ ਵਿੱਚ ਹੀ ਦੇਖ ਲਿਓ, ਕਿਉਂਕਿ ਤੁਹਾਡੀ ਪ੍ਰਧਾਨਗੀ ਵੀ ਸਾਲ ਦੀ ਹੁੰਦੀ ਆ। ਤੇ ਪਰ ਪਤਾ ਨਹੀਂ ਕੀ ਗੱਲ, ਇਹ ਅਕਾਲੀ ਦਲ ਦੇ ਜਿਹੜੇ ਇੱਥੇ ਦਾ ਸਾਡਾ ਸਾਬਕਾ ਹਲਕਾ ਵਿਧਾਇਕ ਆ ਦਰਸ਼ਨ ਸਿੰਘ ਸ਼ਿਵਾਲਿਕ, ਉਹਦੇ ਨੇੜੇ ਆ ਇਹ ਬਲਜੀਤ ਸਿੰਘ, ਤੇ ਰੇਪ ਦੇ ਇਹਦਾ ਕੇਸ ਚੱਲਦਾ। ਤੇ ਐਡੀਸ਼ਨ ਸੈਸ਼ਨ ਜੱਜ ਲੁਧਿਆਣੇ ਉਹ ਚਾਰਜ ਲੱਗੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਇਹਨੂੰ ਸ਼੍ਰੋਮਣੀ ਕਮੇਟੀ ਨੇ ਉੱਥੋਂ ਡਿਸਮਿਸ ਨਹੀਂ ਕੀਤਾ ਐਜ਼ ਏ ਟਰਸਟੀ। ਤੇ ਬੜੀ ਨਮੋਸ਼ੀ ਆ। ਮੈਂ ਆਪਦੇ ਸੋਸ਼ਲ ਮੀਡੀਆ ਤੇ ਇੱਥੇ ਪੱਤਰਕਾਰ ਸਾਹਿਬਾਨ ਸੱਦ ਕੇ ਵੀ ਉਦੋਂ ਗੱਲ ਕੀਤੀ ਸੀਗੀ ਕਿ ਬਈ ਇਹਦੇ ਤੇ ਆਹ ਬਲੇਮ ਲੱਗੇ ਹੋਏ ਨੇ, ਇਹਦੇ ਤੇ ਆਹ ਕੇਸ ਹੋਇਆ ਵਾ, ਤੇ ਸਰਕਾਰ ਅਰੈਸਟ ਨਹੀਂ ਕਰ ਰਹੀ। ਪਰ ਉਸ ਟਾਈਮ ਕਾਂਗਰਸ ਦੀ ਸਰਕਾਰ ਸੀਗੀ ਤੇ ਇਹਦੀ ਕਈ ਬੰਦਿਆਂ ਨਾਲ ਬਣਦੀ ਸੀ, ਕਾਂਗਰਸ ਦੇ ਨਾਲ ਵਧੀਆ, ਤੇ ਉਹਨਾਂ ਨੇ ਇਹਦੀ ਅਰੈਸਟ ਵੀ ਨਹੀਂ ਪੈਣ ਦਿੱਤੀ ਪੋਲੀਟੀਕਲੀ, ਤੇ ਬਾਹਰੋਂ ਬਾਹਰ ਇਹਦੀ ਬੇਲ ਵੀ ਹੋ ਗਈ। ਪਰ ਉਸ ਟਾਈਮ ਲੁਧਿਆਣੇ ਕੁਝ ਜੱਜ ਸਾਹਿਬਾਨਾਂ ਨੇ ਕੋਈ ਫਿੱਟਤਾ ਕਰਕੇ ਜੀ ਬੇਲ ਇਹਨੂੰ ਦੇ ਦਿੱਤੀ ਆ। ਕਾਫੀ ਕੁਛ ਇਨਕੁਆਰੀਆਂ ਦਾ ਵਿਸ਼ਾ ਵਾ ਜਿਹੜਾ ਕਿ ਮੇਰੇ ਪਿੰਡ 'ਚ ਹੋ ਰਿਹਾ, ਤੇ ਅੱਗੇ ਮੈਂ ਇਹਦੀ ਆਵਾਜ਼ ਉਠਾਉਂਦਾ ਰਹੂੰਗਾ ਜੀ। ਹੁਣ ਵੀ ਥੋੜੇ ਦਿਨਾਂ ਮੈਂ ਦੁਬਾਰਾ ਫਿਰ ਲੈਟਰ ਦਊਂਗਾ ਜਦੋਂ ਪ੍ਰਧਾਨ ਸਾਹਿਬ ਫੇਰ ਆਉਣਗੇ ਕਿ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਤੇ ਸਾਨੂੰ ਲਿਆ ਜਾਵੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਗਿੱਲ ਦੇ ਵਿੱਚ ਦੁਬਾਰਾ ਕੋਈ ਨੌਜਵਾਨ ਜਾਂ ਆਪਾਂ ਗੱਲ ਕਰੀ ਕੋਈ ਵਸਨੀਕ ਇਹ ਜੀ ਘਟਨਾ ਨਾ ਵਾਪਰੇ, ਉਸ ਦੇ ਲਈ ਤੁਸੀਂ ਆਪਣੇ ਪਿੰਡ ਵਾਲਿਆਂ ਨੂੰ ਕਿਸ ਤਰ੍ਹਾਂ ਜਾਗਰੂਕ ਕਰ ਰਹੇ ਹੋ? ਤੁਹਾਡੀ ਪੰਚਾਇਤ ਕੀ ਜ਼ਿੰਮੇਵਾਰੀ ਨਿਭਾ ਰਹੀ ਹੈ? ਦੇਖੋ, ਇਹ ਦੋ ਧੜੇ ਰਲ ਕੇ ਜੀ, ਅਕਾਲੀ ਔਰ ਕਾਂਗਰਸ ਦਾ ਧੜੇ ਰਲ ਕੇ ਇਹ ਆਪਸ ਦੇ ਵਿੱਚ ਜਿਹੜੇ ਦੋ ਧੜੇ ਰਲੇ ਹੋਏ ਨੇ, ਜਿਹੜੇ ਕਿ ਅਸੀਂ ਤਾਂ ਆਜ਼ਾਦ ਹਾਂ, ਤੇ ਆਜ਼ਾਦ ਤੌਰ ਤੇ ਹੁਣ ਉਹਨਾਂ ਨੂੰ ਪੋਲੀਟੀਕਲ ਸਟੇ ਮਿਲ ਗਈ, ਦੁਬਾਰਾ ਨਵੇਂ ਸ਼ੈਲਟਰ ਮਿਲ ਗਿਆ ਜੀ ਪੋਲੀਟੀਕਲੀ। ਆਮ ਆਦਮੀ ਪਾਰਟੀ ਤੋਂ ਵੀ ਮਿਲ ਗਿਆ, ਕਿਉਂਕਿ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਸਾਹਿਬ 'ਚ ਤਾਂ ਕਬਜ਼ਾ ਕਰ ਹੀ ਚੁੱਕੇ ਨੇ, ਤੇ ਹੁਣ ਉਹਨਾਂ ਨੇ ਸਾਰਾ ਜ਼ੋਰ ਪੰਚਾਇਤ 'ਤੇ ਲਾਉਣਾ। ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ਾਂ ਕਰਦੇ ਰਹਾਂਗੇ ਆਪਣੇ ਤਰੀਕੇ, ਪਰ ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਅਸੀਂ ਕੋਈ ਮਤਾ ਪਾ ਦਈਏ ਪਿੰਡ ਪੱਧਰ 'ਤੇ, ਕਿਉਂਕਿ ਮਤੇ ਦੇ ਵਿੱਚ ਪਿੰਡ ਦਾ ਕੋਈ ਵੀ ਵਸਨੀਕ ਆ, ਕਈ ਵਾਰ ਸੱਚਾ ਹੋ ਸਕਦਾ, ਕੋਈ ਝੂਠਾ ਵੀ ਹੋ ਸਕਦਾ, ਤੇ ਉਸ ਮਤੇ ਦੀ ਆੜ ਦੇ ਵਿੱਚ ਕਈ ਵਾਰ ਝੂਠਾ ਬੰਦਾ ਵੀ ਰਗੜਿਆ ਜਾ ਸਕਦਾ। ਚਲੋ ਇਹਦੇ ਤਾਂ ਸਹੀ, ਇਹਨੇ ਤਾਂ ਕੀਤਾ ਵਾ ਨਾ, ਪਰ ਉਹ ਕਈ ਵਾਰ ਕੋਈ ਗਲਤ ਵੀ ਬਲੇਮ ਲਾ ਦਿੰਦੇ ਨੇ। ਇਸ ਕਰਕੇ ਇਹਨਾਂ ਚੀਜ਼ਾਂ 'ਚ ਮਤੇ ਨਹੀਂ ਅਸੀਂ ਪੰਚਾਇਤੀ ਤੌਰ 'ਤੇ ਪਾ ਸਕਦੇ। ਜਿਹੜੀ ਪੁਲਿਸ ਕਾਰਵਾਈ ਆ ਉਹ ਕਰਦੀ ਆ। ਹਾਂ, ਇਹਨਾਂ ਹੈਗਾ ਕਿ ਮੈਂ ਪਿੰਡ ਦੇ ਵਿੱਚ ਧੜੇਬੰਦੀ ਬਹੁਤ ਘਟਾਈ ਆ ਜੀ। ਬਿਲਕੁਲ ਕੋਈ ਦੂਸਰੀ ਪਾਰਟੀ ਦਾ ਬੰਦਾ ਆ ਜਾਵੇ, ਮੈਂ ਉਹਨੂੰ ਕਦੇ ਕਿਸੇ ਕੰਮ ਨੂੰ ਜਵਾਬ ਨਹੀਂ ਦਿੱਤਾ ਹੈਗਾ, ਬਲਕਿ ਉਹਨਾਂ ਦੇ ਘਰੇ ਜਾ ਕੇ ਵੀ ਕੰਮ ਕਰਕੇ ਆਉਂਦਾ ਰਿਹਾ, ਜਦ ਕਿ ਮੇਰੀ ਜਾਨ ਨੂੰ ਵੀ ਖਤਰਾ ਹੁੰਦਾ। ਫਿਰ ਵੀ ਮੈਂ ਉਹਨਾਂ ਦੇ ਘਰੇ ਜਾ ਕੇ ਵੀ ਜੋ ਸਟੈਂਪ ਵਗੈਰਾ ਜਾਂ ਕਿਤੇ ਲਗਾਉਣੀ ਆ ਉਹ ਮੈਂ ਲਗਾ ਕੇ ਆਉਣਾ ਵਾ। ਤੇ ਮੇਰੇ ਪਿੰਡ ਦੇ ਵਿੱਚ ਜਿੱਥੇ ਮੁਕੱਦਮਿਆਂ ਨੇ
ਪਹਿਲਾਂ ਤਾਂ 2 ਸਾਲ ਕੋਈ ਮੁਕੱਦਮਾ ਹੀ ਨਹੀਂ ਹੋਇਆ ਮੇਰੇ ਪਿੰਡ 'ਚ। 2 ਸਾਲ ਤੋਂ ਬਾਅਦ ਹੁਣ ਤੱਕ ਸਿਰਫ 3 ਜਾਂ 4 FIR ਹੋਈਆਂ ਨੇ। ਉਹਨਾਂ ਵਿੱਚ ਵੀ ਇੱਕ ਰੇਪ ਦੀ ਹੈ ਜੀ, ਕੋਈ ਕੁੜੀ ਨੂੰ ਵਰਗਲਾ ਕੇ ਲੈ ਗਏ ਸੀ ਪਿੰਡੋਂ, ਤੇ ਇੱਕ ਕੁੜੀਆਂ ਨੂੰ ਕਿਡਨੈਪ ਕਰਨ ਦੀ ਸੀਗੀ, ਇਹ ਤੇ 2 ਲੜਾਈ ਦੀਆਂ ਨੇ FIR। ਬਸ ਹੋਰ ਕੋਈ ਲੜਾਈ ਝਗੜਾ ਮੇਰਾ ਵਧੀਆ ਪਿੰਡ ਆ, ਕਿਉਂਕਿ 4 ਸਾਲਾਂ ਦੇ ਵਿੱਚ 4 FIR ਕੋਈ ਮਹਿਨਾ ਨਹੀਂ ਲਿਖਾਉਂਦੀਆਂ ਹੈਗੀਆਂ। ਨਹੀਂ ਇੰਨੀਆਂ ਕਿ ਤਾਂ ਇਹ ਦੂਜੀ ਪਾਰਟੀ ਵਾਲੇ ਸਾਡੇ 'ਤੇ ਹੀ ਕਰਾ ਦਿੰਦੇ ਸੀਗੇ 6 ਮਹੀਨਿਆਂ 'ਚ ਹੀ। ਹਾਂਜੀ, ਤੁਸੀਂ ਕਿਹਾ ਕਿ 4 ਸਾਲਾਂ ਦੇ 4 FIR ਕੋਈ ਮਾਇਨੇ ਨਹੀਂ ਰੱਖਦੀਆਂ, ਪਰ ਜਦੋਂ ਗੱਲ ਆਉਂਦੀ ਹੈ ਬੱਚਿਆਂ ਦੀ, ਕਿਉਂਕਿ ਨੌਜਵਾਨ ਸਰਪੰਚ ਪੜ੍ਹਿਆ ਲਿਖਿਆ ਸੂਝਵਾਨ ਮਿਲਿਆ ਵਾ ਹੋਵੇ ਤੇ ਉਸ ਪਿੰਡ ਦੀਆਂ ਜਿਹੜੀਆਂ ਬੱਚੀਆਂ ਨੇ ਉਹਨਾਂ ਨੂੰ ਲੋਕ ਮਿਸਗਾਈਡ ਕਰ ਜਾਣ, ਇਹ ਕੋਈ ਗੱਲ ਛੋਟੀ ਜੀ ਨਹੀਂ ਹੈ। ਤੇ ਤੁਸੀਂ ਆਪਣੇ ਪਿੰਡ ਦੀਆਂ ਬੱਚੀਆਂ ਨੂੰ, ਲੜਕੀਆਂ ਨੂੰ, ਕਿਉਂਕਿ ਤੁਹਾਡੇ ਸਕੂਲ ਦੀ ਜੇਕਰ ਆਪਾਂ ਦਿੱਖ ਦੇਖੀਏ ਤਾਂ A1 ਦਿੱਖ ਹੈ, ਪਰ ਕੀ ਸਕੂਲ ਦੇ ਅੰਦਰੂਨੀ ਜਿਹੜੀ ਬੱਚਿਆਂ ਦੇ ਨਾਲ ਟੀਚਰ ਦੀ ਔਰ ਸਟੂਡੈਂਟ ਦੀ ਆਪਸ ਦੇ ਵਿੱਚ ਵਾਰਤਾਲਾਪ ਹੈ, ਕਿਉਂਕਿ ਗਾਈਡ ਤਾਂ ਟੀਚਰਾਂ ਨੇ ਕਰਨਾ ਬੱਚਿਆਂ ਨੂੰ ਨਾ, ਉਹ ਜਿਹੜੀ ਦਿੱਖ ਹੈਗੀ ਆ ਉਹ ਵੀ ਵਧੀਆ ਜਾਂ ਫਿਰ ਉਹ ਅੰਦਰ ਖਾਤੇ ਕੁਝ ਹੋ ਰਿਹਾ ਤੇ ਦਿੱਖ ਸਿਰਫ ਬਾਹਰੋਂ ਹੀ ਵਧੀਆ? ਨਹੀਂ ਦੇਖੋ, ਮੇਰੇ ਸਕੂਲ ਦੇ ਜਿਹੜਾ ਸਾਡੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ, ਉੱਥੇ ਹੁਣ 2000 ਬੱਚੀਆਂ ਪੜ੍ਹ ਰਹੀਆਂ ਨੇ ਇਸ ਟਾਈਮ। ਇੱਥੇ ਨੇੜੇ ਤੇੜੇ ਕੋਈ ਵੀ ਸਕੂਲ ਹੈ ਨਹੀਂ ਜਿੱਥੇ ਕਿ 2000 ਬੱਚੀਆਂ ਹੋਣ। ਅਲੱਗ-ਅਲੱਗ ਥਾਵਾਂ ਤੋਂ ਆਉਂਦੀਆਂ, ਕੋਈ ਲਹਾਰੇ ਤੋਂ, ਕੋਈ ਸ਼ਿਮਲਾਪੁਰੀ ਤੋਂ, ਡਾਬੇ ਤੋਂ, ਸਾਡੇ ਸੰਗੋਵਾਲ ਤੋਂ, ਰਣੀਏ ਤੋਂ, ਮਾਨਕਵਾਲ ਤੋਂ, ਆਸੇ-ਪਾਸੇ ਸਾਰੇ ਮਹੱਲਿਆਂ ਦੇ ਵਿੱਚੋਂ ਬੱਚੀਆਂ ਉੱਥੇ ਪੜ੍ਹਨ ਆਉਂਦੀਆਂ ਨੇ। ਅਸੀਂ ਕਾਫੀ ਕੁਝ ਖਿਆਲ ਰੱਖੀਦਾ ਜੀ ਕਿ ਉੱਥੇ ਕੋਈ ਅਣਹੋਣੀ ਘਟਨਾ ਨਾ ਵਾਪਰੇ। ਸਾਡੇ ਸਕੂਲ ਦੇ ਵਿੱਚ ਇੱਕ ਬੱਚੀ ਨੇ ਸੁਸਾਈਡ ਕਰ ਲਿਆ ਸੀਗਾ। ਅਸੀਂ ਉਹਦੇ ਭੋਗ ਦੇ ਉੱਤੇ ਮੈਂ ਗਿਆ ਤੇ ਮੈਂ ਭੋਗ ਦੇ ਉੱਤੇ ਵੀ ਸਪੀਚ ਕੀਤੀ ਸੀ। ਮੈਂ ਬੱਚੇ ਨੂੰ ਸਮਝਾਇਆ ਸੀਗਾ, ਅਸੀਂ ਮੋਟੀਵੇਟ ਹੀ ਕਰ ਸਕਦੇ ਹਾਂ ਬੱਚਿਆਂ ਨੂੰ, ਅਸੀਂ ਸਮਝਾ ਸਕਦੇ ਹਾਂ, ਕਿਉਂਕਿ ਜਿਹੜਾ ਸਮਾਂ ਵਾ ਸੋਸ਼ਲ ਮੀਡੀਆ ਦਾ ਟਾਈਮ ਆ ਤੇ ਇਹਦੇ ਵਿੱਚ ਸਾਡੀ ਗੱਲ ਧਿਆਨ ਨਾਲ ਬੱਚੇ ਘੱਟ ਸੁਣਦੇ ਨੇ, ਮੋਬਾਈਲ ਦੀ ਜ਼ਿਆਦਾ ਸੁਣਦੇ ਨੇ ਤੇ ਮਾਪਿਆਂ ਦੀ ਵੀ ਘੱਟ ਸੁਣਦੇ ਨੇ। ਤੇ ਮੈਂ ਉੱਥੇ ਇਹ 2-4 ਗੱਲਾਂ ਕਹੀਆਂ ਸੀ ਕਿ ਮਾਪਿਆਂ ਤੋਂ ਇਹੋ ਜਿਹਾ ਕਿਹੜਾ ਕਸੂਰ ਹੋ ਗਿਆ ਵੀ ਤੁਹਾਨੂੰ ਜਨਮ ਦਿੱਤਾ। ਅੱਗੇ ਮਾਪੇ ਤਾਂ ਹੀ ਬੱਚਿਆਂ ਨੂੰ ਮਾਰ ਦਿੰਦੇ ਸੀ ਨਾ ਜਨਮ ਦਿੰਦਿਆਂ ਨੂੰ, ਵੀ ਇਹ ਤੁਸੀਂ ਤਾਂ ਜਗ 'ਚ ਜਨਣੀ ਹੋ, ਜੇ ਜੱਗ ਦੀ ਉਤਪਤੀ ਹੋਈ ਆ ਤਾਂ ਤੁਹਾਡੇ ਕਰਕੇ ਹੋਈ ਆ। ਮਤਲਬ ਕਾਫੀ ਕੁਛ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀ ਜਾ ਕਿ ਮਾਂ-ਬਾਪ ਨੂੰ ਵੀ ਸਮਝਾਈਦਾ ਵਾ। ਉੱਥੇ ਕਾਉਂਸਲਿੰਗ ਕਰੀਦੀ ਆ ਕਈ ਵਾਰ ਜਾ ਕੇ, ਪ੍ਰਿੰਸੀਪਲ ਸਾਹਿਬਾਨ ਸਮ੍ਰਿਤੀ ਭਾਰਗਵ ਜੀ ਨੇ ਉਹ ਵੀ ਬੜੀ ਕਾਉਂਸਲਿੰਗ ਕਰਦੇ ਰਹਿੰਦੇ ਆ ਬੱਚਿਆਂ ਦੀ, ਕਿ ਬਈ ਸਮੇਂ-ਸਮੇਂ ਤੇ ਕਿ ਵੀ ਮਾਪਿਆਂ ਦਾ ਕਹਿਣਾ ਮੰਨਿਆ ਕਰੋ। ਮਾਪਿਆਂ ਨੂੰ ਵੀ ਕਿਹਾ ਕਿ ਤੁਸੀਂ ਬੱਚਿਆਂ ਲਈ ਥੋੜ੍ਹਾ ਜਿਹਾ ਟਾਈਮ ਕੱਢਿਆ ਕਰੋ, ਕਿਉਂਕਿ ਹੁਣ ਵੀ ਮਾਪੇ ਵੀ ਮੋਬਾਈਲ ਤੇ ਹੋ ਗਏ, ਮੋਬਾਈਲ ਦਾ ਜ਼ਮਾਨਾ ਹੋ ਗਿਆ ਤੇ ਸੋਸ਼ਲ ਮੀਡੀਆ ਕਰਕੇ ਕਾਫੀ ਡਿਫਰੈਂਸ ਆ ਗਏ ਪਰਿਵਾਰਾਂ ਦੇ ਵਿੱਚ, ਬੱਚਿਆਂ ਵਿੱਚ ਮਾਪਿਆਂ ਨਾਲੋਂ ਵੀ। ਫਿਰ ਵੀ ਅਸੀਂ ਸਮੇਂ-ਸਮੇਂ ਤੇ ਜੀ ਕਦੇ ਜੇ ਕੋਈ ਉੱਥੇ ਕੋਈ ਛੇੜਖਾਨੀ ਦੀ ਕੋਈ ਬਾਹਰ ਸਾਨੂੰ ਲੱਗਦਾ ਵਾ, ਮੈਂ ਆਪ ਵੀ ਗੇੜਾ ਦਿੰਦਾ ਰਹਿਣਾ ਜੀ ਉੱਥੇ ਸਕੂਲ ਦੇ ਟਾਈਮ, ਕਿਉਂਕਿ ਸਾਡੇ 2 ਟਾਈਮ ਨੇ। ਪਹਿਲਾ ਸਕੂਲ ਆ ਜਿੱਥੇ 2 ਸ਼ਿਫਟਾਂ ਦੇ ਵਿੱਚ ਇੱਥੇ ਬੱਚੇ ਪੜ੍ਹਦੇ ਨੇ ਤੇ ਉਹ 2 ਸ਼ਿਫਟਾਂ ਅਲੱਗ-ਅਲੱਗ। ਮੈਂ PCR ਦੀ ਡਿਊਟੀ ਵੀ ਲਗਵਾਈ ਹੋਈ ਆ, ਕੋਈ ਅਣਹੋਣੀ ਘਟਨਾ ਨਾ ਵਾਪਰੇ। ਪ੍ਰਿੰਸੀਪਲ ਸਾਹਿਬ ਵੀ ਬੜਾ ਐਕਟਿਵ ਰਹਿੰਦੇ ਨੇ, ਟੀਚਰ ਵੀ ਬੜਾ ਐਕਟਿਵ ਰਹਿੰਦੇ ਨੇ ਤੇ ਸਟੂਡੈਂਟ ਕੋਈ ਮਾੜੇ ਨਹੀਂ ਹੈਗੇ। ਚਲੋ ਬਰਗਰਾਉਣ ਵਾਲਾ ਤਾਂ ਕੋਈ ਕਿਸੇ ਦੇ ਚੁੰਗਲ 'ਚ ਆ ਗਿਆ, ਕਿਸੇ ਦੀਆਂ ਗੱਲਾਂ 'ਚ ਆ ਗਿਆ, ਉਹ ਮੈਟਰ ਵੱਖਰਾ ਵਾ। ਨਾਲੇ ਕੁਝ ਉਮਰ ਵੀ ਇਹੋ ਜਿਹੀ ਹੁੰਦੀ ਹੈ ਕਿ ਬੱਚੇ ਜਿਹੜੇ ਨੇ ਨਾ ਮਿਸਗਾਈਡ ਹੋ ਜਾਂਦੇ ਨੇ। ਬਿਲਕੁਲ ਜੀ, ਬੱਚਿਆਂ ਨੂੰ ਦੇਖੋ ਜਦੋਂ ਕੋਈ ਸੌ ਜਵਾਕ ਦਿਖਾਉਂਦਾ ਵਾ, ਕੋਈ ਕਾਫੀ ਕੁਝ ਹੁੰਦਾ ਇਹ 'ਚ, ਇਹ ਉਮਰ ਇਹੋ ਜਿਹੀ ਹੁੰਦੀ ਆ, ਕੋਈ ਤਿਲਕਣਬਾਜ਼ੀ ਹੁੰਦੀ ਆ, ਪਤਾ ਨਹੀਂ ਲੱਗਦਾ। ਸੋ ਅਸੀਂ ਸਮੇਂ-ਸਮੇਂ ਤੇ ਜਾ ਕੇ ਉਹਨਾਂ ਨੂੰ ਅਵੇਅਰ ਕਰਦੇ ਰਹਿੰਦੇ ਹਾਂ ਬੱਚਿਆਂ ਨੂੰ। ਮੈਂ ਕਾਫੀ ਵਾਰ ਜਾਂਦਾ ਜੀ ਸਕੂਲ 'ਚ ਉਸ 'ਚ। ਤੇ ਆਪਾਂ ਹੁਣ ਗੱਲ ਕਰੀਏ ਤੁਹਾਡੇ ਕਾਰਜਪਾਲ ਜੋ ਰਹਿ ਗਿਆ, ਇਹ ਰਹਿੰਦੇ ਕਾਰਜਕਾਲ ਦੇ ਵਿੱਚ ਤੁਸੀਂ ਆਪਣੇ ਪਿੰਡ ਦੇ ਕਿਹੜੇ-ਕਿਹੜੇ ਕੰਮ ਨੇ ਜਿਹੜੇ ਨੇਪਰੇ ਚੜਾ ਦੋਗੇ? ਦੇਖੋ, ਮੇਰੀ ਇੱਕ ਦਿਲ ਦੀਆਂ ਤਮੰਨਾ ਨੇ ਕਿ ਸਟੇਸ਼ਨ ਰੋਡ ਦੇ ਉੱਤੇ ਇੱਕ ਪਾਰਕ ਬਣਨੀ ਆ। ਉਹਦੇ ਲਈ ਮੈਂ ਜ਼ਮੀਨ, ਜੇ ਮੈਨੂੰ ਤੁਹਾਡੇ ਸੋਸ਼ਲ ਮੀਡੀਆ ਤੋਂ ਵੀ ਸੁਣਦੇ ਆ ਕਿ 3 ਵਿਗੇ ਮੈਨੂੰ ਜ਼ਮੀਨ ਚਾਹੀਦੀ ਆ ਉੱਥੇ ਸਟੇਸ਼ਨ ਰੋਡ ਤੇ। ਇੱਕ ਸਤਸੰਗ ਘਰ ਦੇ ਕੋਲੇ ਮੈਨੂੰ ਪਾਰਕ ਲਈ ਜ਼ਮੀਨ ਚਾਹੀਦੀ ਆ। ਇੱਕ ਮੈਂ ਪਾਰਕ ਮਨਜ਼ੂਰ ਕਰਵਾ ਚੁੱਕਿਆ ਵਾਂ ਸ਼ਿਵ ਮੰਦਿਰ ਦੀ ਬੈਕ ਸਾਈਡ ਤੇ 17 ਲੱਖ ਰੁਪਏ ਦੀ। ਤੇ ਮੈਂ ਉਮੀਦ ਕਰਦਾ ਕਿ ਇਹ MLA ਸਾਹਿਬ ਜੇ ਮੇਰੀ ਇੰਟਰਵਿਊ ਸੁਣਦੇ ਹੋਣ ਤਾਂ ਉਹ ਜਲਦੀ ਤੋਂ ਜਲਦੀ ਇਹਨਾਂ ਚੀਜ਼ਾਂ ਦਾ ਸੋਲੂਸ਼ਨ ਕਰ ਦੇਣ। ਇੱਕ ਮੈਂ ਕਮਿਊਨਿਟੀ ਹਾਲ ਬਣਾਉਣਾ ਚਾਹੁੰਦਾ ਤੇ ਉਹ ਮੈਂ ਹੁਣ ਡਿਸਾਈਡ ਕਰ ਲਿਆ ਕਿ ਮੈਂ ਗਿੱਲਾਂ ਟੋਭੇ ਤੇ ਜਿਹੜੀ 9.5 ਵਿਗੇ ਜਗ੍ਹਾ ਵਾ ਸਾਡੀ ਟੋਭੇ ਦੇ ਵਿੱਚ ਆਉਂਦੀ ਆ, ਉੱਥੇ ਬਣਵਾ ਦਾਂ, ਕਿਉਂਕਿ ਹੁਣ ਸਾਡਾ ਸਾਰਾ ਸੀਵਰੇਜ ਪੈ ਗਿਆ ਵਾ, ਟੋਭਾ ਸਾਡਾ ਵੇਸਟ ਹੈ। ਤੇ ਇੱਕ ਤਾਂ ਇਹ ਹੋ ਗਿਆ ਜੀ। ਇੱਕ ਸਾਡੇ ਜਿਮ ਨਹੀਂ ਹੈਗਾ, ਓਪਨ ਜਿਮ। ਸਾਨੂੰ MP ਸਾਹਿਬ ਨੇ ਕਿਹਾ ਸੀ ਕਿ ਮੈਂ ਤੈਨੂੰ 2 ਓਪਨ ਜਿਮ ਦਊਂਗਾ। ਇਸ਼ੂ ਵੀ ਕਰਨ ਦਾ ਸਾਰਾ ਕੁਝ, ਪੇਪਰਾਂ ਦੀ ਕਾਰਵਾਈ ਵੀ ਪੂਰੀ ਹੋ ਗਈ, ਪਰ ਉਸ ਟਾਈਮ ਕਰੋਨਾ ਆ ਗਿਆ ਤੇ ਉਹਨਾਂ ਨੇ ਉਹ 2 ਓਪਨ ਜਿਮ ਨਹੀਂ ਮੈਨੂੰ ਦਿੱਤੇ ਹੈਗੇ। ਤੇ ਇੱਕ ਜਿਮ ਮੈਨੂੰ MLA ਸਾਹਿਬ ਤੋਂ ਮੈਂ ਲੈ ਆਇਆ ਸੀ ਧੱਕੇ ਨਾਲ, ਉਹ ਅਸੀਂ ਇੱਥੇ ਰੱਖਿਆ ਹੋਇਆ ਪ੍ਰਾਈਵੇਟ ਜਗ੍ਹਾ ਤੇ ਰੱਖ ਦਿੱਤਾ। ਕਿਉਂਕਿ ਸਾਡੇ ਕੋਲ ਜਿਹੜੀ ਜਗ੍ਹਾ ਵਾ ਉੱਥੇ ਉਹਦੇ ਲਈ ਕਮਰਾ ਹੈ ਨਹੀਂਗਾ। ਜੇ ਅਸੀਂ ਪੰਚਾਇਤੀ ਜਗ੍ਹਾ 'ਚ ਰੱਖਣਾ ਚਾਹੁੰਦੇ ਹਾਂ ਤਾਂ ਉੱਥੇ ਆਸੇ-ਪਾਸੇ ਦੇ ਲੋਕ ਕਹਿਣ ਲੱਗ ਜਾਂਦੇ ਨੇ ਜੀ ਇੱਥੇ ਮੁੰਡੇ ਆਉਣਗੇ। ਹੈ ਤਾਂ ਮੁੰਡੇ ਪਿੰਡ ਦੇ ਹੀ ਨੇ, ਪਰ ਉਹਨਾਂ ਦੇ ਆਪਦੇ ਬੱਚੇ ਨਹੀਂ ਕਰਦੇ ਹੈਗੇ, ਆਪਦੇ ਬੱਚੇ ਹੋਰ ਜਿੰਮਾਂ 'ਚ ਜਾਂਦੇ ਨੇ, ਇਸ ਕਰਕੇ ਉਹ ਇਤਰਾਜ਼ ਕਰਦੇ ਨੇ। ਕਾਫੀ ਕੁਝ ਪਿੰਡ ਪੱਧਰ ਤੇ ਦੇਖਣਾ ਪੈਂਦਾ। ਤੇ ਇੱਕ ਮੈਂ ਪਿੰਡ ਦੇ ਲਈ ਸਾਰੇ ਪਿੰਡ ਦੇ ਰਸਤਿਆਂ ਦੇ ਉੱਤੇ ਗੇਟ ਬਣਾਉਣੇ ਚਾਹੁੰਦਾ ਮੈਂ, ਚਾਹੇ ਉਹ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਨਾਮ ਤੇ ਹੋਵੇ ਤੇ ਸਾਡੇ ਕਿਸੇ ਪਿੰਡ ਦੇ ਬਜ਼ੁਰਗ ਦੇ ਨਾਮ ਤੇ ਹੋਣ, ਤੇ ਜਾਂ ਸਾਡੇ ਕਿਸੇ ਗੁਰੂ ਸਾਹਿਬਾਨ ਦੇ ਨਾਮ ਤੇ ਚੌਂਕ ਬਣੇ। ਕਾਫੀ ਕੁਝ ਮਨ ਦੇ ਵਿੱਚ ਆ, ਬਲਬਲੇ ਉੱਠਦੇ ਨੇ ਵੀ ਅਸੀਂ ਇਹ ਚੀਜ਼ਾਂ ਕਰਵਾ ਕੇ ਚਲੇ ਜਾਈਏ। ਇੱਕ ਮੈਂ ਪਾਣੀ ਦੀ ਜਿਹੜੀ ਸਪਲਾਈ ਆ, ਅੱਜ ਤੋਂ 3 ਸਾਲ ਪਹਿਲਾਂ ਜਦੋਂ ਮੈਂ ਪੰਚਾਇਤ ਬਣੀ ਸੀ, ਉਦੋਂ ਹੀ ਮੈਂ 24 ਘੰਟੇ ਕਰਨ ਨੂੰ ਫਿਰਦਾ ਸੀ ਪਿੰਡ ਦੇ ਵਿੱਚ। ਪਰ ਪਿੰਡ ਵਾਸੀ ਯਕੀਨ ਰੱਖਣ ਕਿ ਮੈਂ ਜਾਣ ਤੋਂ ਪਹਿਲਾਂ ਇਹ ਵੀ ਮੈਂ ਕਰ ਜਾਊਂਗਾ ਜੀ, 24 ਘੰਟੇ ਪਾਣੀ ਮਿਲਿਆ ਕਰੂਗਾ ਪਿੰਡ 'ਚ।
ਕਿ ਉਹਦੇ ਨਾਲ ਸਾਡਾ ਬਿਜਲੀ ਦਾ ਬਿੱਲ ਵੀ ਘਟੂਗਾ। ਤੇ ਗਲੀ ਨਾਲੀ ਤਾਂ ਮੈਂ ਕੋਈ ਰਹਿਣ ਦਿੰਦਾ ਨਹੀਂ ਜੀ ਕੱਚੀ। ਤੇ ਰਹਿ ਗਈਆਂ ਵੀ ਥੋੜੀਆਂ ਰਹਿ ਗਈਆਂ ਨੇ, 10 ਕੁ ਰਹਿ ਗਈਆਂ ਨੇ, ਉਹ ਮੈਂ ਆਪਦੇ 1.5 ਸਾਲ ਦੇ ਟਰਮ ਦੇ ਵਿੱਚ ਪੂਰੀਆਂ ਕਰ ਜਾਵਾਂਗਾ। ਲੇਕਿਨ ਲੋਕ ਅੱਗੇ ਜਿਹੜਾ ਅਸੀਂ ਦਰਖਤ ਲਗਾਉਂਦੇ ਆ ਪਿੰਡ ਦੇ ਵਿੱਚ, ਉਹ ਡੇ ਬਾਈ ਡੇ, ਕਿਉਂਕਿ ਹੁਣ ਹਰ ਇੱਕ ਚੀਜ਼ ਨਵੀਂ ਬਣਨੀ ਆ। ਇੱਕ ਹਾਊਸ ਨੰਬਰ ਨਹੀਂ ਲੱਗੇ ਹੋਏ ਸਾਡੇ ਤਰਤੀਬਵਾਰ, ਕਾਫੀ ਕੁਝ ਹੋਣ ਵਾਲਾ ਕੰਮ ਹਜੇ। ਪਰ ਸਰਕਾਰਾਂ ਵੱਲੋਂ ਤੇ ਸਾਡੇ ਕੋਲੇ ਪ੍ਰਾਈਵੇਟ ਫੰਡ ਹੈ ਨਹੀਂਗਾ, ਜਿਹਦੇ ਕਰਕੇ ਸਾਨੂੰ ਕਈ ਚੀਜ਼ਾਂ ਤੋਂ ਚਾਹੁੰਦੇ ਹੋਏ ਵੀ ਕਰਾਂਗੇ ਪਰ ਹੋ ਨਹੀਂ ਰਹੀਆਂ। ਕਰਨਾ ਅਸੀਂ ਬਹੁਤ ਕੁਝ ਚਾਹੁੰਦੇ ਹਾਂ, ਕਰਕੇ ਵੀ ਜਾਵਾਂਗੇ। ਜੇ ਕੁਝ ਰਹਿ ਵੀ ਗਿਆ ਤਾਂ ਪਿੰਡ ਵਾਲਿਆਂ ਤੋਂ ਮਾਫੀ ਮੰਗ ਲਾਂਗੇ ਕਿ ਭਾਈ ਕੋਈ ਨਹੀਂ। ਹੁਣ ਬਾਕੀ ਜੇ ਉਹ 'ਚ ਥੋੜ੍ਹੀ ਜਿਹੀ ਰਾਜਨੀਤੀ ਵੀ ਕਹਿ ਦਈਏ ਕਿ ਇਹੀ ਹੁੰਦਾ ਕਿ ਇੱਕ ਦੋ ਕੰਮ ਛੱਡ ਦਿਓ, ਬਾਅਦ 'ਚ ਅਗਲੀ ਵਾਰੀ ਕਰਨੇ ਹੁੰਦੇ ਨੇ। ਤੁਸੀਂ ਜਿਹੜੀ ਆ ਗੱਲ ਕਹੀ ਹੈ ਕਿ ਇੱਕ ਦੋ ਕੰਮ ਛੱਡ ਦੋ, ਬਾਅਦ ਚੋਂ ਅੱਗੇ ਵੀ ਕਰਨੇ ਹੁੰਦੇ ਨੇ, ਪਰ ਜੇਕਰ ਆਪਾਂ ਆਪਣੇ ਕਾਰਜਕਾਲ ਦੇ ਵਿੱਚ ਨਿਪੁੰਨ ਹੋ ਕੇ ਨਿਤਰਾਂਗੇ ਤਾਂ ਆਪਾਂ ਨੂੰ ਦੁਬਾਰਾ ਵੀ ਲੋਕ ਸੇਵਾ ਦਾ ਮੌਕਾ ਦੇਣਗੇ। ਪਰ ਇੱਕ ਚਾਨਣਾ ਪਾ ਦਿਓ ਕਿ ਮੰਨ ਲਓ ਅਗਲੀ ਵਾਰੀ ਤੁਸੀਂ ਫਿਰ ਮੈਦਾਨ ਵਿੱਚ ਉਤਰਨਾ ਹੈ ਤਾਂ ਤੁਸੀਂ ਆਜ਼ਾਦ ਉਮੀਦਵਾਰ ਤੌਰ ਤੇ ਉਤਰੋਗੇ ਜਾਂ ਫਿਰ ਬੀਜੇਪੀ ਵੱਲੋਂ, ਕਿਉਂਕਿ ਤੁਸੀਂ 2 ਵਾਰੀ ਬੀਜੇਪੀ ਦਾ ਨਾਮ ਲੈ ਚੁੱਕੇ ਹੋ। ਦੇਖੋ, ਜੇ ਤਾਂ ਮੈਂ ਪੋਲੀਟੀਕਲ ਪਾਰਟੀਆਂ ਨਾਲ ਲੜਨਾ ਫਿਰ ਤਾਂ ਮੈਨੂੰ ਕੋਈ ਨਾ ਕਿਸੇ ਨਾਲ ਸਪੋਰਟ ਦੀ ਜ਼ਰੂਰਤ ਪਊਗੀ। ਤੇ ਹੋ ਸਕਦਾ ਮੈਂ ਉਸ ਟਾਈਮ ਤੱਕ ਬੀਜੇਪੀ ਵੱਲੋਂ ਮੈਦਾਨ ਦੇ ਵਿੱਚ ਹੋਵਾਂ, ਹੋ ਸਕਦਾ ਮੈਂ ਉਸ ਟਾਈਮ ਇੱਥੇ ਮੈਦਾਨ ਦੇ ਵਿੱਚ ਨਾ ਹੀ ਹੋਵਾਂ, ਮੈਂ ਪਿੱਛੇ ਸਪੋਰਟ ਕਰਦਾ ਹੋਵਾਂ। ਪਰ ਪਿੰਡ ਵਾਲੇ ਉਮੀਦ ਰੱਖਣ ਕਿ ਟੀਮ ਸਾਡੀ ਹੋਊਗੀ, ਉਹਦਾ ਚਿਹਰਾ ਕੋਈ ਵੀ ਹੋ ਸਕਦਾ ਵਾ। ਤੇ ਜਿਸ ਤਰ੍ਹਾਂ ਹੁਣ ਕੰਮ ਹੋਏ ਨੇ, ਇਹ ਪਿਛਲੇ ਤੇ ਹੁਣ ਦੇ ਕੰਮਾਂ ਦਾ ਕੰਪੈਰੀਜ਼ਨ ਕਰ ਲੈਣਾ ਆਪਣੇ ਤੌਰ ਤੇ, ਠੀਕ ਹੈ। ਜਿਨ੍ਹਾਂ ਘਰਾਂ ਦੇ ਵਿੱਚ 40-40 ਸਾਲ ਦਾ ਸੀਵਰੇਜ ਦੀ ਪ੍ਰੋਬਲਮ ਸੀਗੀ, ਜਿਨ੍ਹਾਂ ਦੇ ਘਰਾਂ ਦੇ ਵਿੱਚ 40 ਸਾਲ ਦੀ ਕੋਈ ਗਲੀ ਨਹੀਂ ਸੀ ਬਣੀ, ਮੈਂ ਉਹ ਗਲੀਆਂ ਬਣਵਾਈਆਂ ਨੇ। ਤੇ ਉਹਨਾਂ ਲੋਕਾਂ ਨੂੰ ਚਾਹੀਦਾ ਕਿ ਹਾਂ ਉਸ ਟਾਈਮ ਸਾਡੀ ਮਦਦ ਕਰਨ। ਜਦੋਂ ਕਰੋਨਾ ਟਾਈਮ ਕੋਈ ਇੱਥੋਂ ਨਿਕਲ ਨਹੀਂ ਸੀ ਸਕਦਾ, ਪਿੰਡੋਂ ਬਾਹਰ ਕੋਈ ਜਾਣ ਨਹੀਂ ਸੀ ਦਿੰਦਾ, ਮੈਂ ਉਹਨਾਂ ਟਾਈਮਾਂ ਦੇ ਵਿੱਚ ਬਾਹਰ ਕਾਨੂੰਨ ਤੋਂ ਬਾਹਰ ਹੋ ਕੇ ਲੋਕਾਂ ਨੂੰ ਪਾਸ ਬਣਾ ਕੇ ਦਿੱਤੇ ਕਿ ਹਾਂ ਬਈ ਤੁਹਾਡਾ ਕੰਮ ਨਾ ਰੁਕੇ। ਜੇ ਕਿਸੇ ਨੇ ਕਿਸੇ ਰਿਸ਼ਤੇਦਾਰੀ ਜਾਣਾ ਸੀਗਾ, ਕਿਉਂਕਿ ਕਾਫੀ ਕੁਝ ਜ਼ਰੂਰੀ ਸੀਗਾ, ਕਿਸੇ ਦੇ ਕੋਈ ਡੈਥ ਹੋ ਜਾਂਦੀ ਸੀਗੀ, ਪਹਿਲਾਂ ਉਹਨਾਂ ਨੂੰ DC ਸਾਹਿਬ ਕੋਲੇ ਜਾਣਾ ਪੈਂਦਾ ਸੀ। ਪਰ ਮੈਂ ਇੱਕ DC ਸਾਹਿਬ ਤੋਂ ਆਰਡਰ ਜ਼ੁਬਾਨੀ ਲੈ ਲਏ, ਮੋਬਾਈਲ ਦੇ ਵਿੱਚ ਰਿਕਾਰਡ ਕਰ ਲਏ, ਤੇ ਮੈਂ ਉਹਨਾਂ ਦੇ ਨਾਲ ਹੀ ਕੰਮ ਕਰਦਾ ਰਿਹਾ। ਤੇ ਮੇਰੇ ਖਿਆਲ 'ਚ ਮੇਰੇ ਕੋਲੇ ਹੁਣ ਵੀ ਸਾਰੀਆਂ ਲਿਸਟਾਂ ਪਈਆਂ ਨੇ ਕਿ ਮੈਂ ਕਿੰਨਾ ਲੋਕਾਂ ਨੂੰ ਭੇਜਿਆ। ਕੰਮ ਅਸੀਂ ਬਹੁਤ ਕਰਾਏ ਨੇ, ਇਹ ਨਹੀਂ ਹੈਗਾ ਕਿ ਮੈਂ ਕੰਮ ਗਿਣਾ ਰਿਹਾ ਵਾਂ। ਦੇਖੋ, ਮੇਰਾ ਫਰਜ਼ ਸੀ, ਲੋਕਾਂ ਨੇ ਮੇਰੇ ਤੇ ਯਕੀਨ ਕੀਤਾ, ਮੈਨੂੰ ਬਣਾਇਆ ਵਾ ਤੇ ਕੰਮਾਂ ਨੂੰ ਵੀ ਬਣਾਇਆ ਸੀਗਾ। ਪਰ ਲੋਕਾਂ ਦਾ ਵੀ ਫਰਜ਼ ਬਣਦਾ ਵੀ ਹਾਂ, ਜੇ ਅਸੀਂ ਦੇਖੋ ਅੱਜ ਕੱਲ੍ਹ ਰੂਟੀਨ ਕੀ ਬਣੀ ਹੋਈ ਹੈ ਕਿ ਤੁਸੀਂ 10 ਕੰਮ ਕਰ ਦਿਓ, 1 ਨਾ ਕਰੋ ਤਾਂ ਲੋਕ ਨਾਰਾਜ਼ ਹੋ ਜਾਂਦੇ ਨੇ। ਸਾਡੀਆਂ ਵੀ ਮਜਬੂਰੀਆਂ ਸਮਝਣੀ ਚਾਹੀਦੀਆਂ, ਕਿਉਂਕਿ ਅਸੀਂ ਵੀ ਇਨਸਾਨ ਆ, ਸਾਡੀ ਵੀ ਪਰਸਨਲ ਵੀ ਲਾਈਫ ਆ, ਸਾਡੀ ਪੋਲੀਟੀਕਲ ਲਾਈਫ ਵੀ ਆ। ਅਸੀਂ ਕਿਤੇ ਸ਼ਹਿਰੋਂ ਜਿੱਥੇ ਜਾਣਾ ਉੱਥੇ ਕੰਮ ਕਰਾਉਣਾ ਵੀ ਪੈਂਦਾ। ਕਈ ਵਾਰ ਫੋਨ ਚੱਕੇ ਜਾਂਦੇ ਨੇ, ਕਈ ਵਾਰ ਨਹੀਂ ਵੀ ਚੱਕੇ ਜਾਂਦੇ, ਪਰ ਜ਼ਿਆਦਾਤਰ ਕੋਸ਼ਿਸ਼ ਕਰੀਦੀ ਆ ਵੀ ਕਿ ਇਗਨੋਰ ਨਾ ਹੋਵੇ ਕੋਈ ਫੋਨ। ਤੇ ਜੀ ਜਾਨ ਲਾ ਕੇ ਕੰਮ ਕੀਤਾ ਵਾ, ਅਗਾਂਹ ਵੀ ਕਰਦੇ ਰਹਾਂਗੇ। ਕੋਈ ਗੱਲ ਨਹੀਂ, ਪਿੰਡ ਇੰਨੀ ਛੇਤੀ ਛੱਡਦੇ ਨਹੀਂ ਹੈਗੇ। ਜੇ ਕਿਤੇ ਸਾਡੇ ਐਂਟੀ ਗਰੁੱਪਾਂ ਵਾਲਿਆਂ ਨੂੰ ਹੋ ਗਏ ਦਿਮਾਗ 'ਚ ਵੀ ਕਿਤੇ ਛੇਤੀ ਛੱਡ ਕੇ ਭੱਜੂਗਾ, ਛੱਡਦਾ ਨਹੀਂ ਹੈਗਾ। ਹਾਂ, ਜੇਲ੍ਹ ਜੂਲ 'ਚ ਬੰਦ ਕਰਾ ਦੋਗੇ, ਉਹ ਗੱਲ ਵੱਖਰੀ ਆ। ਹਰਪ੍ਰੀਤ ਮਿੱਕਾ ਜੀ, ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਪਿੰਡ ਦੇ ਵਿੱਚ ਤੁਸੀਂ ਗੇਟ ਬਣਾਉਣੇ ਨੇ, ਹੈ ਨਾ। ਤੁਸੀਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਨਾਮ ਤੋਂ ਸੋਚਿਆ ਹੋਇਆ ਵੀ ਗੇਟ ਬਣਨ। ਪਰ ਤੁਹਾਡੇ ਪਿੰਡ ਦੇ ਜਦੋਂ ਆਪਾਂ ਐਂਟਰੀ ਕਰਦੇ ਹਾਂ ਪੈਟਰੋਲ ਪੰਪ ਦੇ ਕੋਲੋਂ, ਤਾਂ ਉੱਥੇ ਇੱਕ ਚੌਂਕ ਹੈ, ਤਾਂ ਕੀ ਤੁਸੀਂ ਉਸ ਚੌਂਕ ਵੱਲ ਨਹੀਂ ਕਦੇ ਨਜ਼ਰ ਮਾਰੀ ਕਿ ਉਸ ਚੌਂਕ ਨੂੰ ਮੇਨਟੇਨ ਕੀਤਾ ਜਾਵੇ? ਦੇਖੋ, ਉਹ ਆਉਂਦਾ ਤਾਂ ਹੈਗਾ ਜੀ, ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆ ਉਹਨਾਂ ਕੋਲੇ, ਉਹਨਾਂ ਦਾ ਇਹ ਜਿਹੜਾ ਆਪਣੇ ਲਹਿਰੇ ਟੋਲ ਪਲਾਜ਼ਾ ਉਹਨਾਂ ਦੇ ਅੰਡਰ ਆਉਂਦਾ ਵਾ। ਕਿਉਂਕਿ ਪਿੰਡ ਦਾ ਬਾਈਪਾਸ ਆ, ਜੇ ਇੰਟਰਨਲ ਹੁੰਦਾ ਉਹਦੇ ਤੇ ਮੈਂ ਸਿੱਧਾ ਵੀ ਕੁਝ ਕਰ ਸਕਦਾ ਸੀਗਾ। ਪਰ ਫਿਰ ਵੀ ਕਈ ਵਾਰ ਸੋਚੀਦਾ, ਮੈਂ ਫਿਰ ਉਹੀ ਗੱਲ ਕੀਤੀ ਕਿ ਸਾਡੇ ਕੋਲੇ ਪ੍ਰਾਈਵੇਟ ਫੰਡ ਨਹੀਂ ਹੈਗਾ। ਜਿਸ ਤਰ੍ਹਾਂ ਕਿ ਮੇਰੇ ਤੋਂ ਪਹਿਲਾਂ ਵਾਲੇ ਸਰਪੰਚਾਂ ਕੋਲੇ 1 ਕਰੋੜ 55 ਲੱਖ ਰੁਪਇਆ ਸੀਗਾ ਜੀ, ਦੂਸਰੇ ਕੋਲੇ 4.5 ਕਰੋੜ ਰੁਪਇਆ ਪ੍ਰਾਈਵੇਟ ਫੰਡ ਆਇਆ ਕਿ ਸਾਡੇ ਬਾਈਪਾਸਾਂ ਦੀ, ਉਹ ਪਰਸਨਲ ਪੈਸਾ ਹੋ ਜਾਂਦਾ। ਉਹਨੂੰ ਸਰਪੰਚ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਵਰਤ ਸਕਦਾ। ਮੈਂ ਤਾਂ ਜੇ ਮਨਰੇਗਾ ਦੇ ਵਿੱਚੋਂ ਕੰਮ ਕਰਾਉਣਾ ਤਾਂ ਮਨਰੇਗਾ ਦੇ ਵਿੱਚ ਮੈਨੂੰ ਕੋਲੋਂ ਪੈਸੇ ਦੇਣੇ ਪੈਂਦੇ ਨੇ। ਸਾਡੇ ਹੁਣ ਮਨਰੇਗਾ ਵਰਕਰ ਕੰਮ ਕਰ ਰਹੇ ਨੇ, 18 ਕੁ 20 ਵਰਕਰ ਨੇ, ਪਿੰਡ ਦੀਆਂ ਬੀਬੀਆਂ ਨੇ, ਸਾਡੀਆਂ ਮਾਈਆਂ ਭੈਣਾਂ ਨੇ। ਤੇ ਉਹ ਅੱਗੇ ਸਾਡੇ ਗੁਰਦੁਆਰਾ ਸਾਹਿਬ ਤੋਂ ਪਿਛਲੇ ਲੰਬੇ ਸਮੇਂ ਤੋਂ, ਮੇਰੇ ਤੋਂ ਪਹਿਲਾਂ ਬਲਜੀਤ ਸਿੰਘ ਦੇ ਸਮੇਂ ਤੋਂ ਹੀ ਚਾਹ ਉੱਥੋਂ ਆਉਂਦੀ ਸੀਗੀ। ਸਾਡੇ ਨਵੀਂ ਕਮੇਟੀ ਪਰਮਿੰਦਰ ਸਿੰਘ ਵਾਲੀ ਆਈ, ਉਹਨਾਂ ਨੇ ਉਹਦੀ ਚਾਹ ਬੰਦ ਕਰਤੀ। ਪਰ ਮੰਥ ਇੱਥੇ ਰੇਲਵੇ ਸਟੇਸ਼ਨ ਕੋਲੇ ਬਿਆਸ ਕਰਿਆਨਾ ਸਟੋਰ ਆ, ਤੁਸੀਂ ਹੁਣ ਜਾ ਕੇ ਪੁੱਛ ਲਿਓ ਕਿ ਸਰਪੰਚ ਸਾਹਿਬ ਦੇ ਜੇਬ ਚੋਂ ਪੈਸੇ ਦੇ ਕੇ ਜਾਂਦੇ ਨੇ। ਮੈਂ ਉਹਨਾਂ ਦਾ ਦੁੱਧ ਦਾ ਔਰ ਚਾਹ ਦਾ ਉੱਥੇ ਪ੍ਰਬੰਧ ਕਰਤਾ ਕਿ ਨਹੀਂ ਯਾਰ, ਜੇ ਕੋਈ ਨਹੀਂ ਦਿੰਦਾ ਤਾਂ ਨਾ ਸਹੀ। ਕਾਫੀ ਕੁਛ ਆ ਜਿਹੜਾ ਸਰਪੰਚਾਂ ਨੂੰ ਆਪਣੇ ਪੱਲਿਓਂ ਕਰਨਾ ਪੈਂਦਾ। ਇਸ ਪੰਚਾਇਤ ਦੇ ਵਿੱਚ ਮਨਰੇਗਾ ਦੇ ਵਿੱਚ ਘੱਟੋ ਘੱਟ ਵੀ ਮੈਂ 6-7 ਲੱਖ ਰੁਪਏ ਆਪਦੇ ਪੱਲਿਓਂ ਲਾ ਚੁੱਕੇ ਹਾਂ, ਜਿਹੜਾ ਕਿ ਹਜੇ ਤੱਕ ਮੈਨੂੰ ਰਿਕਵਰੀ ਨਹੀਂ ਆਉਂਦੀ ਦਿਖਦੀ। ਪਰ ਫਿਰ ਵੀ ਅਗਾਂਹ ਬਹੁਤ ਕੁਝ ਹੁੰਦਾ, ਤੁਹਾਨੂੰ ਕਿਸੇ ਵਿਆਹ ਦੇ ਪਰਸਨਲ ਪੈਸਾ ਦੇਣਾ ਪੈਂਦਾ, ਕਿਉਂਕਿ ਸਾਡਾ ਕਾਫੀ ਕੁਝ ਕੋਲੋਂ ਚੱਲਦਾ। ਤੇ ਉਹਦੇ ਲਈ ਅਸੀਂ ਬਣਾਇਆ ਸੀ ਪਲਾਨ ਕਿ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਮਾਰਗ ਉੱਧਰ ਹੈਗਾ, ਤੇ ਸਾਡੇ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਵੀ ਨੇੜੇ ਆ, ਉਹ ਮਾਰਗ ਵੀ ਉਹੀ ਆ। ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦੇ ਉੱਤੇ ਉਸ ਚੌਂਕ ਦਾ ਨਾਮ ਰੱਖਣਾ ਚਾਹੁੰਦੇ ਸੀ, ਕੋਈ ਵਧੀਆ ਚੀਜ਼ ਬਣਾ ਦਈਏ। ਪਰ ਉਹਦੇ ਲਈ ਸਾਨੂੰ ਉਹ ਅਥਾਰਟੀ ਤੋਂ ਆਗਿਆ ਲੈਣੀ ਪੈਣੀ ਆ। ਸਾਡਾ ਉਹ ਵੀ ਸਾਡੇ
ਆਉਣ ਵਾਲੇ ਕੰਮਾਂ ਦੇ ਵਿੱਚ ਹੈਗਾ ਵਾ। ਜੇ ਅਸੀਂ ਪਿੰਡ ਵੜਦਿਆਂ ਨੂੰ ਗੇਟ ਬਣਾਉਣਾ ਚਾਹੁੰਦੇ ਆ ਤਾਂ ਉੱਥੇ ਰਾਈਟ ਤੇ ਵੀ, ਕਿਉਂਕਿ ਪਿੰਡ ਦੀ ਐਂਟਰੀ ਵਧੀਆ ਹੋਵੇ। ਅਸੀਂ ਬੂਟੇ ਵਗੈਰਾ ਤਾਂ ਕਾਫੀ ਵਾਰ ਲਗਾਏ ਨੇ ਉੱਥੇ, ਉੱਥੇ ਤੁਸੀਂ ਲੱਗੇ ਵੀ ਹੋਗੇ, ਦੇਖਿਓ ਸਾਹਮਣੇ ਜਦੋਂ ਪਿੰਡ ਬਣਾਂਗੇ ਉੱਥੇ ਬੂਟੇ ਲੱਗੇ ਹੋਏ ਨੇ ਜੀ, ਕਾਫੀ ਫਾਈਕਸ ਦੇ ਦਰਖਤ ਵੀ ਲੱਗੇ ਹੋਏ ਨੇ, ਹੋਰ ਫੁੱਲਾਂ ਵਾਲੇ ਵੀ ਲੱਗੇ ਹੋਏ ਨੇ। ਉਹ ਅਸੀਂ ਆਪਣੇ ਹੱਥੀਂ ਕੀਤਾ ਹੋਇਆ, ਸਾਡੀ ਟੀਮ ਆ ਜਿਹੜੀ, ਅਸੀਂ ਆਪਣੇ ਹੱਥੀਂ ਕੀਤੇ ਨੇ। ਪਰ ਜ਼ਰੂਰ ਕਰਾਂਗੇ ਜੀ, ਅਸੀਂ ਸਾਡੇ ਕੰਮਾਂ 'ਚ ਹੈਗਾ, ਪਰ ਜਾਣ ਤੋਂ ਪਹਿਲਾਂ ਅਸੀਂ ਕਰਕੇ ਜਾਵਾਂਗੇ। ਸਿਟੀ ਲਾਈਵ ਚੈਨਲ ਦੇ ਜਰੀਏ ਹਲਕਾ ਗਿੱਲ ਦੇ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਨੂੰ ਅਸੀਂ ਇੱਕ ਸੁਨੇਹਾ ਦੇਣਾ ਚਾਹਾਂਗੇ। ਹਲਕਾ ਗਿੱਲ ਦੇ ਵਸਨੀਕਾਂ ਨੇ ਪਿਛਲੀ ਰਵਾਇਤੀ ਪਾਰਟੀਆਂ ਦੇ ਐਮਐਲਏ ਨੂੰ ਨਕਾਰ ਕੇ ਤੁਹਾਨੂੰ ਆਪਣੇ ਹਲਕੇ ਗਿੱਲ ਦੀ ਵਾਗਡੋਰ ਸੰਭੀ ਹੈ। ਸੋ ਪਿੰਡ ਗਿੱਲ ਦੇ ਨਾਲ ਕਾਣੀ ਵੰਡ ਨਾ ਕਰਦੇ ਹੋਏ, ਸਾਬਕਾ ਵਿਧਾਇਕ ਦੇ ਨਕਸ਼ੇ ਕਦਮਾਂ ਦੇ ਉੱਤੇ ਨਾ ਚੱਲਦੇ ਹੋਏ ਹਲਕਾ ਗਿੱਲ ਦੀ ਪੰਚਾਇਤ ਨੂੰ ਆਪਣੇ ਨੇੜੇ ਲਗਾਓ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪਿੰਡ ਦੇ ਸਰਪੰਚ ਸਰਦਾਰ ਹਰਪ੍ਰੀਤ ਸਿੰਘ ਮਿੱਕਾ ਜੀ ਬੀਜੇਪੀ ਦਾ ਨਾਮ ਜੋ ਦੁਬਾਰਾ ਲੈਂਦੇ ਨੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਗਿੱਲ ਦੇ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਦੀ ਪਾਰਟੀ ਆਮ ਆਦਮੀ ਪਾਰਟੀ ਦਾ ਨਾਮ ਲੈਣ। ਇਹ ਸਾਰੀ ਜਾਣਕਾਰੀ ਲੈਣ ਦੇ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।